ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਪ੍ਰੀਤਨਾਮਾ ਦੇ ਮੰਚ ਤੇ ਸਾਰੇ ਦਰਸ਼ਕਾਂ ਦਾ। ਅੱਜ ਦਾ ਵਿਸ਼ਾ ਹੈ ਜੀ ਆਪਣਾ ਮਦਰਸ ਡੇ। ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਰਾਜਵਿੰਦਰ ਕੌਰ ਜੀ ਜੋ ਮੈਡੀਕਲ ਫੀਲਡ ਤੋਂ ਬਿਲੋਂਗ ਕਰਦੇ ਨੇ, ਤੇ ਨਾਲ ਹੀ ਨਾਲ ਉਹ ਜੈਨੀਫਰ ਜੀ ਜੋ ਇਲੈਕਸ਼ਨ ਇਸ ਸਮੇਂ ਨਿਊਯਾਰਕ ਸਟੇਟ ਤੇ ਰਿਚਮੰਡ ਹਿਲ ਤੋਂ ਇਲੈਕਸ਼ਨ ਲੜ ਰਹੇ ਆ। ਉਹਨਾਂ ਦੇ ਇਹ ਸੀਨੀਅਰ ਐਡਵਾਈਜ਼ਰ ਵੀ ਨੇ ਤੇ ਨਾਲ ਹੀ ਨਾਲ ਪੀਸ ਆਫ ਸ਼ੇਅਰਿੰਗ ਆਰਗੇਨਾਈਜੇਸ਼ਨ ਦੇ ਫਾਊਂਡਰ ਵੀ ਨੇ, ਤੇ ਬਹੁਤ ਸੋਹਣਾ ਕੰਮ ਕਰ ਰਹੇ ਨੇ। ਸਮਾਜ ਸੇਵੀ ਸੰਸਥਾ ਦੇ ਨਾਲ ਦੇ ਫਾਊਂਡਰ ਨੇ ਤੇ ਸਮਾਜ ਵਿੱਚ ਇੱਕ ਆਪਣੀ ਬਹੁਤ ਵਧੀਆ ਭੂਮਿਕਾ ਨਿਭਾ ਰਹੇ ਨੇ। ਤੇ ਨਾਲ ਹੀ ਸਾਡੇ ਜੁੜੇ ਹਨ ਹੀਨਾ ਜੀ। ਹੀਨਾ ਜੀ ਵੀ ਮੈਡੀਕਲ ਫੀਲਡ ਤੋਂ ਹੀ ਬਿਲੋਂਗ ਕਰਦੇ ਨੇ ਤੇ ਸੋਸ਼ਲ ਐਕਟੀਵਿਸਟ ਨੇ, ਤੇ ਇਸ ਤੋਂ ਇਲਾਵਾ ਪੀਸ ਆਫ ਸ਼ੇਅਰਿੰਗ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਨੇ। ਤੇ ਇੱਕ ਹੋਰ ਇਹਨਾਂ ਦੀ ਖਾਸੀਅਤ ਕਿ ਇਹ ਆਫੀਸ਼ੀਅਲ ਪੀਟੀਆਈ ਨਿਊਯਾਰਕ ਦੇ ਵੂਮਨ ਵਿੰਗ ਦੇ ਪ੍ਰੈਜ਼ੀਡੈਂਟ ਵੀ ਨੇ, ਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਇੱਕ ਮਾਂ ਦਾ ਰੋਲ ਵੀ ਅਦਾ ਕਰ ਰਹੇ ਨੇ, ਤੇ ਇੱਕ ਸਮਾਜ ਸੇਵਿਕਾ ਦਾ ਵੀ, ਤੇ ਇੱਕ ਪ੍ਰੈਜ਼ੀਡੈਂਟ ਦਾ ਵੀ। ਤੇ ਆਪਾਂ ਇਹਨਾਂ ਦੇ ਨਾਲ ਮਦਰਸ ਡੇ ਦੇ ਟੌਪਿਕ ਤੇ ਗੱਲ ਕਰਾਂਗੇ ਕਿ ਇੱਕ ਮਦਰ ਹੋਣ ਦੇ ਨਾਤੇ ਅਸੀਂ ਕੀ ਫੀਲ ਕਰਦੇ ਹਾਂ ਤੇ ਸਾਡੀ ਮਦਰ ਲਈ ਅਸੀਂ ਕੀ ਫੀਲ ਕਰਦੇ ਹਾਂ। ਤੇ ਜਿੱਥੇ ਤੱਕ ਪਹਿਲਾਂ ਮੈਂ ਆਪਣੀ ਸੋਚ ਦੱਸਦੇ ਹਾਂ ਕਿ ਮੇਰੇ ਆਰਟੀਕਲ ਤੁਸੀਂ ਪੜ੍ਹ ਲਿਆ ਹੈਗਾ ਅੱਜ ਦੇ ਨਿਊਜ਼ਪੇਪਰ ਦੇ ਵਿੱਚ, ਉਸ ਦੇ ਮੁਤਾਬਕ ਮੈਂ ਕਹਿੰਦੀ ਹਾਂ ਕਿ ਮਦਰਸ ਡੇ ਜਿਹੜਾ ਹੈਗਾ ਬਹੁਤ ਅੱਛੀ ਗੱਲ ਹੈ। ਮਦਰਸ ਡੇ ਇੱਕ ਦਿਨ ਦਿੱਤਾ ਗਿਆ ਔਰਤ ਨੂੰ ਉਹਦੇ ਸਨਮਾਨ ਲਈ, ਪਰ ਇੱਕ ਦਿਨ ਕਾਫੀ ਨਹੀਂ ਹੈ। ਮਦਰ ਇੱਕ ਸ੍ਰਿਸ਼ਟੀ ਦੀ ਰਚਨਹਾਰ ਹੈ, ਇੱਕ ਵਾਹਿਗੁਰੂ ਦਾ ਬਣਾਇਆ ਹੋਇਆ ਵਰਦਾਨ ਹੈ ਜਿਸਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਸੋ ਹਰ ਦਿਨ ਹੀ ਮਦਰ ਡੇ ਹੈ, ਹਰ ਦਿਨ ਹੀ ਮਦਰ ਡੇ ਸਮਝ ਕੇ ਔਰਤ ਦਾ ਸਨਮਾਨ ਕਰਨਾ ਚਾਹੀਦਾ ਹੈ। ਤੇ ਫਿਲਹਾਲ ਆਪਾਂ ਆਪਣੇ ਟੌਪਿਕ ਨੂੰ ਜ਼ਿਆਦਾ ਨਾ ਵਧਾਉਂਦੇ ਹੋਏ ਪਹਿਲਾਂ ਆਪਾਂ ਆਪਣੇ ਮੁੱਖ ਮਹਿਮਾਨਾਂ ਦੇ ਨਾਲ ਗੱਲ ਕਰਦੇ ਹਾਂ। ਤੇ ਹਾਂਜੀ, ਡਾਕਟਰ ਰਾਜਵਿੰਦਰ ਜੀ ਜੀ ਤੁਸੀਂ ਆਪਣੇ ਵਿਚਾਰ ਦੱਸੋ ਮਦਰਸ ਡੇ ਬਾਰੇ, ਵੀ ਤੁਹਾਡੇ ਮਦਰਸ ਡੇ ਬਾਰੇ ਕੀ ਵਿਚਾਰ ਨੇ, ਇੱਕ ਔਰਤ ਦੇ ਲਈ ਕੀ ਵਿਚਾਰ ਨੇ, ਤੇ ਮਦਰਸ ਡੇ ਆਪਾਂ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰਨਾ ਚਾਹੀਦਾ। ਦੇਖੋ ਜੀ, ਮਦਰਸ ਡੇ ਜਿਹੜਾ ਮੇਰੇ ਲਈ ਬਹੁਤ ਇੰਪੋਰਟੈਂਸ ਰੱਖਦਾ ਆ, ਸਾਰੀ ਦੁਨੀਆ ਲਈ ਰੱਖਣਾ ਚਾਹੀਦਾ ਆ, ਰੱਖਦਾ ਵੀ ਹੋਵੇਗਾ, ਕਿਉਂਕਿ ਜਿਹੜੀ ਮਦਰ ਆ ਉਹ ਸਾਨੂੰ ਇੱਕ ਰੱਬ ਦੇ ਨਾਲ ਮਿਲਾਉਂਦੀ ਆ। ਸੋ ਮਾਂ ਜਿਹੜੀ ਹੁੰਦੀ ਆ ਇਹ ਰੱਬ ਦਾ ਰੂਪ ਹੁੰਦੀ ਆ, ਕਿਉਂਕਿ ਮਾਂ ਨੇ ਤੁਹਾਨੂੰ ਬਰਥ ਦਿੱਤਾ ਹੁੰਦਾ ਆ। ਸੋ ਮਾਂ ਦੇ ਨਾਲੋਂ ਤੁਹਾਨੂੰ ਕੋਈ ਜ਼ਿਆਦਾ ਜਾਣ ਨਹੀਂ ਸਕਦਾ। ਬਿਲਕੁਲ ਆਪਣੀ ਮਾਂ ਦੇ ਨਾਲੋਂ ਜ਼ਿਆਦਾ ਕਿਸੇ ਨੂੰ ਨਹੀਂ ਜਾਣ ਸਕਦੇ। ਤੁਸੀਂ ਆਪਣੀ ਮਾਂ ਨਾਲ ਖੁੱਲ ਕੇ ਗਿਲੇ ਸ਼ਿਕਵੇ ਕਰ ਸਕਦੇ ਹੋ, ਫਾਰਮੈਲਿਟੀ ਨਹੀਂ ਕਰਨੀ ਪੈਂਦੀ, ਸਭ ਤੋਂ ਵੱਡੀ ਗੱਲ ਹੈ। ਔਰ ਮੇਰੇ ਖਿਆਲ ਦੇ ਵਿੱਚ ਮਾਂ ਦਾ ਦਰਜਾ ਜਿਹੜਾ ਉਹ ਰੱਬ ਦੇ ਬਰਾਬਰ ਹੈ। ਸੋ ਮੈਂ ਤਾਂ ਸਿੰਗਲ ਹਾਂ, ਬਟ ਮੇਰੇ ਮਾਤਾ ਜੀ ਦੀ ਮੈਂ ਬਹੁਤ ਕੇਅਰ ਕਰਦੀ ਹਾਂ ਔਰ ਬਹੁਤ ਪਿਆਰ ਕਰਦੀ ਹਾਂ ਉਹਨਾਂ ਨੂੰ। ਸ਼ੀ ਇਜ਼ ਸੱਚ ਅ ਸਵੀਟ ਹਾਰਟ, ਬਹੁਤ ਅੱਛੀ ਆ ਮੇਰੇ ਮਾਮ। ਸੋ ਬਹੁਤ ਹੀ ਅੱਛੀ ਰੂਹ ਹੈ। ਮੈਂ ਬਹੁਤ ਲੱਕੀ ਹਾਂ ਜਿਨ੍ਹਾਂ ਨੂੰ ਮਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਤੇ ਅਕੋਰਡਿੰਗ ਟੂ ਮੀ ਆਈ ਥਿੰਕ ਜਿਹੜੀਆਂ ਮਾਵਾਂ ਆ ਨਾ, ਉਹਨਾਂ ਨੂੰ ਆਪਣੀਆਂ ਧੀਆਂ ਦੇ ਨਾਲ ਰਹਿਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ, ਜਦੋਂ ਬਜ਼ੁਰਗ ਹੋ ਜਾਂਦੇ ਆ। ਸੋ ਇਹ ਨਹੀਂ ਕਿ ਧੀਆਂ ਦੇ ਨਾਲ ਰਹਿਣਾ ਚਾਹੀਦਾ, ਧੀਆਂ ਨੂੰ ਮਾਵਾਂ ਨਾਲ ਰਹਿਣਾ ਕਹਿ ਲਓ ਕਿ ਵੀ ਇੱਕ ਹੀ ਗੱਲ ਹੈਗੀ ਆ। ਕਿਉਂਕਿ ਜਿੰਨਾ ਧੀ ਮਾਂ ਨੂੰ ਸਮਝ ਸਕਦੀ ਆ ਉਹਨਾਂ ਮੇਰੇ ਖਿਆਲ ਨੂੰ ਨਹੀਂ ਸਮਝ ਸਕਦੀ, ਚਾਹੇ ਉਹ ਕਿੰਨੀ ਵੀ ਏਦਾਂ ਹੋ ਜਾਏ ਕਿ ਵੀ ਇਹ ਮੇਰੀ ਬੇਟੀਆਂ ਵਾਂਗੂ ਆ ਜਾਂ ਇਹ ਬੇਟੀਆਂ ਵਾਂਗੂ ਹੀ ਪਿਆਰ ਕਰਦੀ ਆ। ਕਿਸੇ ਨਾ ਕਿਸੇ ਜਗ੍ਹਾ ਤੇ ਕੀ ਹੁੰਦਾ ਕਿ ਜਦੋਂ ਤੁਹਾਡੀ ਮਾਂ ਜਿਹੜੀ ਤੁਹਾਨੂੰ ਕੋਈ ਗੱਲ ਕਹਿੰਦੀ ਆ ਜਾਂ ਗੁੱਲਾ ਸ਼ਿਕਵਾ ਕਰਦੀ ਆ, ਤੁਸੀਂ ਸੀਰੀਅਸ ਨਹੀਂ ਲੈਂਦੇ ਉਹਨੂੰ, ਤੁਸੀਂ ਬੜਾ ਲਾਈਟਲੀ ਹੱਸ ਕੇ ਟਾਲ ਦਿੰਦੇ ਆ। ਫਿਰ ਤੁਸੀਂ 5 ਮਿੰਟ ਬਾਅਦ ਭੁੱਲ ਜਾਂਦੇ ਆ, ਫਿਰ ਤੁਸੀਂ ਗਲਵੱਕੜੀ ਪਾਉਂਦੇ ਆ, ਫਿਰ ਆਪਣੀ ਮਾਂ ਨੂੰ ਕਹਿੰਦੇ ਮੰਮਾ ਖਾਣਾ ਦੇ ਦੇ। ਸੌਰੀ, ਮੈਂ ਤੁਹਾਨੂੰ ਇਹ ਵਿੱਚ ਗੱਲ ਤੁਹਾਡੀ ਵਿੱਚੋਂ ਪਕੜ ਰਹੀ ਆ। ਇਹ ਮੈਨੂੰ ਲੱਗਦਾ ਕਿ ਤੁਹਾਡੇ ਇਸ ਸੁਜੈਸਟ ਦੇ ਨਾਲ ਨਾ ਨੌ ਸੱਸ ਵਾਲੇ ਝਗੜੇ ਵੀ ਖਤਮ ਹੋ ਜਾਣਗੇ। ਨਹੀਂ ਹੋਣੇ ਚਾਹੀਦੇ ਆ ਪ੍ਰੀਤ ਜੀ। ਬਿਲਕੁਲ, ਪਤਾ ਕਿਉਂ ਮੈਂ ਕਹਿੰਦੀ ਕਿ ਆਪਣਾ ਇੱਕ ਸਮਾਜ ਦੀ ਇੱਕ ਰੀਤ ਰਿਵਾਜ ਬਣੀ ਹੋਈ ਆ, ਇੱਕ ਪਰੰਪਰਾ ਬਣੀ ਹੋਈ ਆ ਕਿ ਜਿਹੜੀਆਂ ਮਾਵਾਂ ਨੇ ਉਹ ਪੁੱਤਰਾਂ ਕੋਲ ਰਹਿਣਗੀਆਂ। ਠੀਕ ਹੈ, ਪੁੱਤਰਾਂ ਕੋਲ ਰਹਿਣਾ ਚਾਹੀਦਾ, ਬਟ ਮੇਰੇ ਖਿਆਲ ਦੇ ਵਿੱਚ ਸਾਡੀ ਹੁਣ ਜਿਹੜੀ ਪਰੰਪਰਾ ਆ ਇਹਨੂੰ ਮੇਰੇ ਖਿਆਲ 'ਚ ਚੇਂਜ ਹੋ ਜਾਣਾ ਚਾਹੀਦਾ ਹੁਣ। ਕਿਉਂਕਿ ਜਿੱਦਾਂ ਨੂੰਹਾਂ ਸੱਸਾਂ ਰਹਿੰਦੀਆਂ ਨੇ ਨਾ ਆਪਸ ਵਿੱਚ, ਉਹਨਾਂ ਦੀ ਕਿਤੇ ਨਾ ਕਿਤੇ ਜਗ੍ਹਾ ਤੇ ਆ ਕੇ ਮਿਸਅੰਡਰਸਟੈਂਡਿੰਗ ਹੋਣੀ ਹੀ ਹੋਣੀ। ਬਿਲਕੁਲ ਬਿਲਕੁਲ, ਕਿਉਂਕਿ ਉਹ ਜਿਹੜੀ ਕੁੜੀ ਹੁੰਦੀ ਆ ਉਹ ਗਰੂ ਅਪ ਨਹੀਂ ਹੋਈ ਹੁੰਦੀ ਉਹਦੇ ਨਾਲ, ਉਹ ਉਸ ਮਾਹੌਲ ਦੇ ਨਾਲ ਜਾਂ ਉਹਦੀ ਨੇਚਰ ਉਹਨੂੰ ਪਤਾ ਨਹੀਂ ਹੁੰਦੀ। ਉਹ ਜਿਹੜੀ ਮਿਸਅੰਡਰਸਟੈਂਡਿੰਗ ਬਿਗਨਿੰਗ 'ਚ ਹੋ ਜਾਂਦੀ, ਫਿਰ ਕਈ ਵਾਰੀ ਸਦੀਆਂ ਸਦੀਆਂ ਚੱਲਦੀ ਰਹਿੰਦੀ, ਸਾਲਾਂ ਸਾਲਾਂ ਚੱਲਦੀ ਰਹਿੰਦੀ, ਜਿੰਨਾ ਟਾਈਮ ਵੀ ਤੁਸੀਂ ਰਹਿੰਦੇ ਆ ਨਾ। ਸੋ ਮੇਰੇ ਲਈ ਤਾਂ ਜਿਹੜੀ ਮੇਰੀ ਮਾਂ ਆ ਉਹ ਸਦਾ ਹੀ ਮਦਰ ਡੇ ਹੈ।
because every day like she make tea for me morning, ਚਾਹ ਬਣਾਉਂਦੇ ਨੇ ਤਾਂ ਮੈਂ ਗਲ ਬੱਕੜੀ ਪਾ ਕੇ ਕਹਿੰਨੀ ਆ ਥੈਂਕ ਯੂ। ਸੋ ਇਸ ਤਰ੍ਹਾਂ ਹੈਗਾ ਜੀ। ਹਾਂਜੀ ਹਾਂਜੀ ਮਰਿयम ਜੀ ਤੁਸੀਂ ਕੀ ਕਹੋਗੇ? सॉरी हिना जी। ओके जी, सत श्री अकाल जी। मैंने यही कहा तुसी की नाम ले रहे हो? मेरे हाँ जी। दिमाग में आ गया, सॉरी ओके, सबसे पहले जी सत श्री अकाल आपके तमाम जो भी हमारे सामईन हैं। I'm trying to speak in Punjabi, but you know my Punjabi is very special and very no sweet. problem, take it easy. Yeah, I think everyone going to be love when I speak Punjabi. Because I'm a part of Sada Punjab organization also, and GP Singh and Amisha always told me, please speak Punjabi. So they're teaching me Punjabi, and Rose love when I speak Punjabi. She only That's why I'm talks waiting Punjabi. बहुत अच्छा लग रहा है पंजाबी बोल रहे हो तुसी। जी जी, तो सत श्री अकाल जी तमाम देखने वालों को। प्रीत जी वंडरफुल आपका जो एफर्ट है, अप्रिशिएट यू, वेरी प्राउड ऑफ यू। आप जैसी वुमेन्स अगर यहाँ पर हैं और इंटरनेशनल हैं तो आप समझें कि जब भी वुमेन्स जो है वो एम्पावरमेंट में आ गई हैं, यू नो दैट कि बहुत ज्यादा हर फील्ड के अंदर जो गर्ल्स हैं वो एजुकेशनल वाइज एंड मदर हैं, so they are a very good mother and they working also, they take caring their children too, and they doing the house job too. अब तो आदमी भी मानने लगे हैं कि जो काम औरतें कर सकती हैं वो नहीं कर सकती। एक जो है इंटरनेशनल इस चीज को एक्सेप्ट कर लिया है। तो इज अ वंडरफुल टॉपिक प्रीत, एंड यू डूइंग ग्रेट जॉब। आपने माँ के लिए कहा, तो माँ के लिए तो हमारी रोजी जो है इज अ वंडरफुल एग्जाम्पल। जिस तरह ये अपनी माँ का ख्याल करती है, और मैंने जिस तरह इसको देखा अपनी अम्मी की खिदमत करते हुए, आई विश कि रोज की जैसी बेटी हर माँ को मिले। क्योंकि एक इस जमाने में अपने माँ बाप की खिदमत करने वाले बच्चे बहुत कम रह गए, बहुत कम, और बहुत कम हाँ जी, मौका मिलता है कि अपने माँ बाप के साथ रहे और बिल्कुल। उनके। प्रीत जी आप देख रहे हैं, आप भी माशाल्लाह, मेरे भी बच्चे हैं तो मैं अपने बच्चों को रोज आंटी की एग्जाम्पल देती हूँ, क्योंकि रोज इज नॉट डूइंग लाइक अ वन डे। आप इसकी अम्मी से मिले, मैंने इसको प्रैक्टिकल देखा, तो मैं यही कह सकती हूँ कि माँ एक ऐसी चीज है, यू नो कि माँ के बगैर तो ये दुनिया ही नहीं है। अगर देखा जाए तो बिल्कुल एक माँ है जो एक उससे दूसरी दुनिया जन्म लेती है, राइट। वो जब एक नई जिंदगी को इस दुनिया में लाती है तो एक नई जिंदगी से एक दूसरी जिंदगी बनती है, एक दूसरी जिंदगी से एक माशरा बनता है, और एक माशरा से एक रियासत से एक मुल्क से इंटरनेशनल आप ये दुनिया देखते हैं। तो हम माँ के लिए बहुत को बोलते हैं, मगर मैं कहती हूँ बोलना इज वेरी इजी। हमको माँ के लिए करना चाहिए, बिल्कुल, क्योंकि माँ की गोद ही एक ऐसी गर्माहट देती है कि वो सुकून हमें दुनिया भर की जितनी भी फैसिलिटीज हमें मिल जाए, जो भी मिल जाए, जो माँ की गोद का एक एहसास है वो नहीं दे सकता। तो मैं एक छोटी सी कविता आप सबके साथ एक माँ के लिए शेयर करती हूँ कि दिन भर की बिल्कुल जी, बिल्कुल। दिन भर की भागम भाग से, सारे दिन के कामकाज से, दिन भर की भाग से, सारे दिन के कामकाज से थक जाती हूँ जब, हार जाती हूँ जब, माँ तुम मुझे याद बहुत आती हो। वाह जी वाह। तुम बहुत याद आती हो तब दिल लोचता है तेरी गोद की वही गर्माहट, दिल लोचता है तेरी गोद की गर्माहट, वही तेरा प्यारा सा स्पर्श मेरे सर पर। क्या बात, मेरी गालों पर बहुत हाथों की वो मीठी सी चपट, मेरे गालों पर तेरी हाथों की वही मीठी सी चपट, कर्तव्य निभाते भूख प्यास भी मिट जाती है जब,
कर्तव्य वाह, निभाते निभाते भूख प्यास भी मिट जाती है जब माँ तुम बहुत याद आती हो तब। याद आते हैं तब तेरे हाथों से खिलाए हुए वो निवाले। याद आते हैं बहुत तेरे हाथों से खिलाए हुए निवाले। माँ कहाँ हो तुम, दूर क्यों बहुत हो, बहुत बहुत खूबसूरत। आजा फिर मुझको कुछ लाड लड़ा ले। आजा कुछ मुझको फिर लाड लड़ा ले। दुनिया की नजरों में मैं बड़ी हो गई हूँ। दुनिया की नजरों में प्रीत बड़ी होगी, पर माँ तेरी ये नन्ही आज भी तेरी गोद निहारे। क्या बात, बहुत। क्या बात है, क्या बात है। आ माँ, प्रीत जी आ जी जी। माँ कुछ पल दे जा ममता के, कुछ पल मुझे अपनी बाहों में फिर सुला ले। हारी क्या नहीं हूँ बात मैं अपने फर्जों से, हारी नहीं हूं मैं अपने फर्जों से। याद है तेरे सब पाठ पढ़ाए, बस थक गई हूँ थोड़ा चलते चलते। आजा माँ लौट के फिर से थोड़ा लाड डाले, थोड़ा वक्त साथ बिता ले। सो मेरी माँ वाह जी वाह, तो मैं सब बहुत लकी बहुत समझती बढ़िया। हूँ। इसीलिए मैं कहती हूँ कि रोजी आप बहुत लकी हैं कि आपकी माँ आपके पास है। बहुत मेरी लकी हैं दोनों जी। माएँ ही मेरे से 7 समुंदर पार बैठी हैं, तो इसीलिए मेरे को तो कुछ हाँ जी जी, फील होता है, क्या करें। तो ਮੈਂ ਵਾਕਈ ਬਹੁਤ ਲੱਕੀ ਹੈਗੀ ਹਾਂ ਜੀ, ਬਿਕੋਜ਼ ਜਿੱਦਾਂ ਇਸ ਤਰ੍ਹਾਂ ਪੈਂਡੇਮਿਕ ਦੇ ਸਮੇਂ ਤੇ ਅਗਰ ਮੇਰੀ ਮਾਂ ਕਿਸੇ ਮੇਰੇ ਹੋਰ ਭੈਣ ਭਰਾ ਕੋਲ ਹੁੰਦੀ, ਦੂਰ ਹੁੰਦੀ, ਤਾਂ ਫਿਰ ਮੈਨੂੰ ਇਹ ਆਪਣੇ ਆਪ ਨੂੰ ਇਹ ਪਛਤਾਵਾ ਜਾਂ ਟੈਨਸ਼ਨ ਰਹਿਣੀ ਸੀ ਕਿ ਮੇਰੀ ਮਾਂ ਕਿਵੇਂ ਹੈ, ਮੇਰੀ ਮਾਂ ਕਿੱਦਾਂ ਆ। ਫਿਰ ਮੈਂ ਰੋਜ਼ ਉਹਨਾਂ ਨੂੰ ਕਹਿਣਾ ਸੀ ਬਾਰ-ਬਾਰ ਕਿ ਮੰਮੀ ਦਾ ਧਿਆਨ ਰੱਖਿਓ, ਮੈਨੂੰ ਟੈਨਸ਼ਨ ਹੋਣੀ ਸੀ। ਬਿਲਕੁਲ ਮੈਂ ਬੜੀ ਲੱਕੀ ਹਾਂ ਤੇ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਮੇਰੇ ਮਾਤਾ ਜੀ ਮੇਰੇ ਕੋਲ ਨੇ ਤੇ ਮੈਂ ਉਹਨਾਂ ਦੀਆਂ ਬਲੇਸਿੰਗ ਲੈ ਰਹੀ ਹੈਗੀ ਆ। ਔਰ ਇੱਕ ਚੀਜ਼ ਮੈਨੂੰ ਬਹੁਤ ਜ਼ਿਆਦਾ ਆਉਂਦੀ ਆ, ਜਦੋਂ ਮੈਂ ਕਦੇ ਸਿੱਕ ਹੁੰਦੀ ਆ, ਕਦੇ ਮੈਨੂੰ ਬੁਖਾਰ ਹੋ ਜਾਏ ਜਾਂ ਮੈਨੂੰ ਸਿਰ ਦਰਦ ਹੋਵੇ, ਤਾਂ ਮੈਂ ਜਦ ਤੱਕ ਆਪਣੀ ਮੰਮੀ ਨੂੰ ਆ ਕੇ ਦੱਸ ਨਾ ਲਵਾਂ ਕਿ ਮੰਮੀ ਮੇਰਾ ਸਿਰ ਦੁਖਦਾ, ਤੇ ਮੰਮੀ ਕਹੇਗੀ ਕੋਈ ਨਹੀਂ ਪੁੱਤ ਠੀਕ ਹੋ ਜੂ, ਤੇ ਆਪਣੇ ਆਪ ਹੀ ਠੀਕ ਹੋ ਜਾਏਗਾ। ਉਹ ਬਿਲਕੁਲ ਆਪਣੇ ਆਪ ਹੋ ਜਾਏਗਾ, ਮੈਡੀਸਿਨ ਠੀਕ ਹੋ ਸੱਚੀ ਖਾਣ ਜਾਂਦੇ ਦੀ ਲੋੜ ਰੋਜ਼ ਹੀ ਹੀ। ਨਹੀਂ ਮੈਂ ਤੁਹਾਨੂੰ ਪਏਗੀ। ਇੱਕ ਵਿਸ਼ਵਾਸ ਦੇਖੋ ਮਾਂ ਦੱਸਦੀ, ਦੀ ਇੱਕ ਵਿਸ਼ਵਾਸ ਪਿਆਰ ਦੀ ਕਿਹੋ ਗੱਲ, ਜਿਹਾ ਹੈ। ਇੱਕ ਵਿਸ਼ਵਾਸ ਦੀ ਗੱਲ ਹੋ ਜਾਂਦੀ ਹੈ। ਜਦ ਕਿ ਮੇਰਾ ਇਹ ਮੰਨਣਾ ਹੈ ਕਿ ਮੈਂ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਨਾ ਦੇਗਾ ਕਿ ਮੰਮੀ ਦੇ ਪੈਰ ਛੂਹ ਕੇ ਨਿਕਲੋ ਨਾ, ਤੇ ਕੰਮ ਆਪਣੇ ਆਪ ਹੀ ਬਣ ਜਾਂਦਾ। ਇੱਕ ਜਿੱਦਾਂ ਨਾ ਵਿਸ਼ਵਾਸ ਬਣ ਜਾਂਦਾ ਹੈ ਕਿ ਹਾਂ ਇਹ ਕੰਮ ਹੋ ਜਾਣਾ ਹੈ। ਮਾਂ ਦਾ ਦਰਜਾ ਹੀ ਇੱਕ ਇਹੋ ਜਿਹਾ ਬਿਲकुल ਹੁੰਦਾ ਹੈ ਕਿ ਵਿਸ਼ਵਾਸ ਬਣ ਜਾਂਦਾ ਹੈ ਇੱਕ ਰੱਬ ਦੀ ਤਰ੍ਹਾਂ। ਤੇ ਹੀ ਨਾ ਜੀ बिल्कुल ਅੱਜ बिल्कुल। ਤੁਸੀਂ ਕੀ ਕਹੋਗੇ ਕਿ ਅੱਜ ਦੀ ਮਾਂ ਹੋਣ ਦੇ ਨਾਤੇ ਆਪਾਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਸੰਸਕਾਰ ਦੇਣੇ ਚਾਹੀਦੇ ਨੇ? ਥੋੜਾ ਜਿਹਾ ਇਸ ਕਰਕੇ ਕਿਉਂਕਿ ਅੱਜ ਅਸੀਂ ਆਪਣੀ ਮਾਂ ਲਈ ਫੀਲ ਕਰ ਰਹੇ ਹਾਂ, ਤੇ ਅੱਜ ਅਸੀਂ ਅੱਛੇ ਸੰਸਕਾਰ ਦੇਾਂਗੇ ਤੇ ਸਾਡੇ ਬੱਚੇ ਵੀ ਸਾਡੇ ਲਈ ਹੀ ਕਰਨਗੇ। जी बिल्कुल, आपकी आपने एक तो सबसे बड़ी बात प्रीत, यू आर अ वंडरफुल पर्सन एंड अ ब्यूटीफुल पर्सन आल्सो, थैंक यू। and the way you are showing your express, and the way you always doing, you know, the your poetry wise, your helping people, you're working with the woman. It's not only that I'm talking front of you right now. I told Rose also that Rose Preet doing a great job. She going to become a star because she continuously working hard, and she doing in this hard you know, the society right now. Right now, you know, we have a responsibility. People are just thinking about um, the people who work social. They think they have nothing to do. As a mother, आपका जो डे है, मैं इस चीज को बहुत ज्यादा हाईलाइट करूंगी कि जो भी लोग सोशल वर्क करते हैं, चाहे आप हो गए, चाहे रोज हो गए, चाहे दुनिया की कोई लेडी या दुनिया का कोई भी कोई भी मैडम। आदमी, सोशल वर्क वही लोग करते हैं जिनके दिल के अंदर लोगों के लिए जज्बात होते हैं, जो अपनी जिंदगी का मकसद सिर्फ अपने लिए महदूद नहीं करते। जी आपका टाइम, आपका वक्त बहुत इम्पोर्टेंट है आपके लिए। एवरीवन हैव अ रिस्पॉन्सिबिलिटी टू डू थिंग्स इन देयर होम्स, मगर अपने वक्त से दूसरों के लिए वक्त निकालना बहुत खूबसूरत चीज है, जो कि आप खूबसूरत काम कर रहे हैं। तो जो लोग अच्छा काम करते हैं, बाय बर्थ मैं कह सकती हूँ अपने बारे में
कि मैं उनको अप्रिशिएट करना बहुत इम्पोर्टेंट समझती हूँ। रोज थोड़ा सा भी छोटा काम करती है, मैं उसको बहुत इम्पोर्टेंट देती हूँ, मैं उसे बहुत ज्यादा इंकरेज करती हूँ प्रीत, क्योंकि इंकरेजमेंट जो होती है ना, बंदे के अंदर ऐसा जज्बा ले आती है। मेरे कुछ अल्फाज आपको इतना आपको आगे इतनी हेल्प करेंगे, यू विल डू मोर एंड मोर। तो हमें एक दूसरे की तारीफ करनी चाहिए, हमें एक दूसरे को बिल्कुल अप्रिशिएट करना करना चाहिए, चाहिए, अप्रिशिएट करना चाहिए। अप्रिशिएट करना चाहिए और उनको बताना चाहिए कि जी आप बहुत अच्छा काम कर रहे हैं एंड कीप डूइंग गुड वर्क। एक तो ये आपके आज के दिन के लिए। बाकी हम अपने बच्चों को देखें, मैंने कहीं यही पढ़ा था कि क्यों अपनी फसलों के लिए को बुरा कह रहे हो, क्यों अपनी फसलों को बुरा कह रहे हो, कौन से बीज बोए थे वो तो टटोलो। तो बिल्कुल अपने बीजों को टटोलिए ना, कि आप क्या बो रहे हैं। क्या आप बोल जो रहे हैं। बोएंगे आप वही काटेंगे प्रीत। आप बिल्कुल गंदुम बोएंगे तो गंदुम काटेंगे, आप चावल बोएंगे तो चावल काटेंगे, आप कपास बोएंगे तो कपास काटेंगे, आप कांटे बोएंगे तो कांटे काटे 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 बिल्कुल राइट। बिल्कुल बिल्कुल सही आपने। तो आप अपना जब आप अपनी औलाद को परवरिश कर रहे हो, तो हकीकत है प्रीत, आप अपनी माँ को याद कर रहे हो, रोज अपनी माँ को याद करिए। इंटरनेशनल माँ ऐसी चीज है कि दुनिया, माँ इज इंटरनेशनल, is not a religion, is not a caste, is not anything. हर माँ खूबसूरत है, हर मजहब की माँ एक जैसी है, एक हर जैसी औरत बिल्कुल एक है। बिल्कुल। जब माँ वो है माँ बन तो उसका जाती कोई है, मजहब नहीं होता। देखो माँ का कोई मजहब नहीं धर्म होता, ही बिल्कुल। नहीं, किस धर्म की है माँ, माँ है ना। माँ माँ को माँ घर है, में बांधा जा सकता है ना किसी एक दायरे में। इवन देखो माँ का तो एक अपना घर तक नहीं होता। बिल्कुल एक बेटी बिल्कुल को बिल्कुल अपने घर तक नहीं, बेटी मायके में होगी तो बोलेंगे जाके अपने घर करना जो करना, और बिल्कुल अपने घर में जाएगी तो बोलेंगे पराए घर से आई है ना, दूसरे घर से आई है। तो बिल्कुल सही बेशक ये। और अच्छा प्रीत, ये उनका हम औरतों की लिमिटेशन बनी हुई है। अच्छा आप ये देखें ना, एक्चुअली अगर एक औरत दूसरी औरत की दोस्त बन जाए, दिस इज माय वेरी इंपॉर्टेंट मैसेज टू ऑल वुमेन, इज अ वुमेन डे और इज अ मदर डे। मेरे लिए माँ, एक औरत माँ ही होती है। बिल्कुल पहले बिल्कुल वो औरत होती है और जब वो माँ बन जाती है तो वो कंप्लीट हो जाती है। कंप्लीट हो तो जाती हाँ, जब वो माँ बन गई वो कंप्लीट हो गई। है। तो बिल्कुल आप एक औरत की दोस्त बन जाए, बिल्कुल माँ हमको अपने एक लिए दूसरों का अपने दोस्त बच्चों के बनना है। लिए जीती है। बिल्कुल 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 बिल्कुल। तो हम अपने बच्चों को देखें, हमारे बच्चे जो है ना हमारा रिफ्लेक्शन है, दे आर आवर रिफ्लेक्शन। मैं अपनी बिल्कुल माँ की रिफ्लेक्शन हूँ। मेरी माँ ने जो कुछ किया वो मैं हमेशा रिपीट करती हूँ। और मैंने उनके लिए बाकायदा एक इवेंट के अंदर उनका तस्करा भी किया, क्योंकि मेरी अम्मी जो थी, आप लोग तो बहुत लकी हो कि माशाल्लाह आपकी वालदा हैं। मेरी वालदा अब नहीं है। रुकैया नसरीन मेरी अम्मी का नाम है, और वो तदरीस के यानी टीचिंग के प्रोफेशन से उनका ताल्लुक था, और उन्होंने पूरी जिंदगी बच्चों को तालीम दी। तो आप ये देखिए ना, जब माँ अपने अच्छे काम करती है तो उसके बच्चे वो चीज फॉलो करते हैं, उसके बिल्कुल स्टेप पे चलते हैं, उसके कदमों के को चलते हैं। तो आज जी मैं यहाँ हूँ, अपनी माँ पे फख्र करती हूँ। हर हर बच्चा अपनी माँ पे फख्र करता है, मैं आपको जी प्रीत ये बात कहूंगी। हर बच्चा अपनी माँ को देख के आगे बढ़ता है। तो आप जैसा करेंगी ना, आपके बच्चे वही चीज करेंगे। बिल्कुल फॉलो बिल्कुल करेंगे बिल्कुल आप बिल्कुल लोगों की मदद करेंगी, आप लोगों की मदद। मैं अपने घर पे अपनी अम्मी की एनिवर्सरी करती हूँ, जो डेथ जी एनिवर्सरी होती है, और मेरी अम्मी की जो डेट ऑफ बर्थ है वो December 25 है। और तो आप सोचें कि क्रिसमस का डे होता है, और ये पूरा मुल्क जो है वो क्रिसमस डे के लिए रौनकों से होता है। तो मेरे बच्चे ये कहते हैं दिस इज द नानू बर्थडे। मैं कहा या दिस इज नानू बर्थडे। तो हम सेलिब्रेट करते हैं अपनी अम्मी जो है उनकी सालगिरह, उनकी डेथ एनिवर्सरी, हम उनके लिए चैरिटी करते हैं, हम उनके लिए उनको याद करते हैं। तो मैं यही सोचती हूँ रोज के, मैं जब इस दुनिया में नहीं होंगी तो मेरे बच्चे भी यही चीज करेंगे मेरे लिए। बिल्कुल बिल्कुल मां तो एक पावर होती है ना, जैसे मां है जो पावर है एक साडी। ਪ੍ਰੀਤ ਜੀ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਇੱਕ ਬਹੁਤ ਅੱਛੀ ਗੱਲ ਦੱਸਦੀ ਆ। ਜਿਸ ਦਿਨ ਤੁਹਾਨੂੰ ਇਦਾਂ ਲੱਗਦਾ ਹੋਵੇ ਕਿ ਤੁਸੀਂ ਬੜੇ ਲੋ ਫੀਲ ਕਰਦੇ ਆ,
ਤੁਸੀਂ ਕਦੀ ਅਜ਼ਮਾ ਕੇ ਦੇਖਣਾ। ਤੁਸੀਂ ਆਪਣੀ ਮਾਂ ਦੇ ਨਾਲ ਜਾ ਕੇ ਆਪਣੇ ਦਿਲ ਦੀਆਂ ਗੱਲਾਂ ਖੁੱਲ ਕੇ ਕਰ ਲਓ। ਤੁਸੀਂ ਤੁਹਾਨੂੰ ਜਿਹੜਾ ਦੁੱਖ ਦਰਦ ਤਕਲੀਫ ਹੈ ਤੁਸੀਂ ਆਪਣੀ ਮਾਂ ਦੇ ਨਾਲ ਸ਼ੇਅਰ ਕਰਨ ਲੱਗ ਜਾਓ। ਤੁਸੀਂ ਦੇਖੋਗੇ ਥੋੜਾ ਦਰਦ ਘਟ ਜਾਏਗਾ ਔਰ ਤੁਹਾਡੀ ਮਾਂ ਤੁਹਾਡੇ ਲਈ ਇੱਕ ਬੂਸਟ ਕਰਦੀ, ਤੁਹਾਨੂੰ ਇੱਕ એનર્ਜੀ ਆ ਉਹ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਕਿ ਜੋ ਸੁੱਖ ਇੱਕ ਮਾਂ ਦੀ ਗੋਦ ਵਿੱਚ ਹੈ, ਅਗਰ ਉਹਨਾਂ ਦਾ ਹੱਥ ਸਿਰ ਦੇ ਉੱਪਰ ਹੈ ਨਾ, ਜੀ ਤਾਂ ਯੂ ਨੈਵਰ ਫੀਲ ਵੀਕ। ਬਿਲਕੁਲ ਬਿਲਕੁਲ। ਤੇ ਮਾਮਾ ਨੂੰ ਬਹੁਤ ਪਿਆਰ ਕਰੋ, ਮਾਮਾ ਨੂੰ ਬਹੁਤ ਸਤਿਕਾਰ ਦਿਓ। ਸਾਰਿਆਂ ਨੂੰ ਮੇਰਾ ਇਹ ਕਹਿਣਾ ਹੈ ਕਿ ਆਪਣੀਆਂ ਮਾਵਾਂ ਨੂੰ ਰੱਬ ਵਾਂਗੂ ਪੂਜੋ। ਮੇਰੇ ਮਦਰ, ਮੈਂ ਕੁਝ ਦਿਨ ਪਹਿਲਾਂ ਤੇ ਮੈਂ ਉਹਨਾਂ ਨੂੰ ਕਿਹਾ ਕਿ ਕਹਿੰਦੇ ਕੀ ਮਾਹੌਲ ਚੱਲ ਰਿਹਾ, ਮੈਂ ਕਿਹਾ ਇਸ ਤਰ੍ਹਾਂ ਦਾ ਇੱਥੇ ਕਰੋਨਾ ਦਾ ਵਾਇਰਸ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਿ ਮੈਨੂੰ ਤਾਂ ਆਪਣੇ ਡਰ ਪਿਆ ਰਹਿੰਦਾ। ਤਾਂ ਕਹਿੰਦੇ ਜਦ ਤੱਕ ਮੈਂ ਹੈਗੀ ਤੈਨੂੰ ਕੁਝ ਨਹੀਂ ਹੁੰਦਾ। देखे बिल्कुल देखे देखो जी, कितनी ये बड़ी माँ बात दी है। एनर्जी है ना, एनर्जी है माँ की। जी ਮੇਰੇ जी ਹੁੰਦੇ ਹੋਏ ਤੈਨੂੰ ਕੁਝ ਨਹੀਂ ਹੁੰਦਾ, ਜਿੰਨੀ ਦੇਰ ਤੱਕ ਮੈਂ ਬੈਠੀ ਹਾਂ ਉਨੀ ਦੇਰ ਤੱਕ ਤੇਰਾ ਵਾਲ ਵੀ ਮੰਗਾ ਨਹੀਂ ਹੁੰਦਾ। ਦੇਖੋ ਚਾਹੇ ਮੈਨੂੰ ਹੋਵੇ ਨਾ ਹੋਵੇ, ਲੇਕਿਨ ਇੱਕ ਕਿੰਨੀ ਉਹ ਮਤਲਬ ਅੰਦਰ ਨੂੰ ਹੁੰਦੀ ਹੈ ਕਿ ਹਾਂ ਕੋਈ ਇਸ ਤਰ੍ਹਾਂ ਦਾ ਪਰਸਨ ਹੈਗਾ ਦੁਨੀਆ ਦੇ ਵਿੱਚ ਵੀ ਜਿਹੜਾ ਸਾਡੀ ਵਾਕਿਆ ਦੇ ਵਿੱਚ ਦਿਲ ਤੋਂ, ਚਲੋ ਅਸੀਂ ਉਹਨਾਂ ਦਾ ਇੱਕ ਅੰਗ ਆ, ਲੇਕਿਨ ਇੱਕ ਅਜੀਬ ਜਿਹੀ ਖੁਸ਼ੀ ਹੁੰਦੀ ਹੈ ਸੁਣ ਕੇ, ਆਰਾਮ ਮਿਲਦਾ, ਸਕੂਨ ਮਿਲਦਾ ਇਹਨਾਂ ਗੱਲਾਂ ਨੂੰ ਸੁਣ ਕੇ। बिल्कुल जी बिल्कुल। मामा नहीं, ठंडिया शामा जी। बिल्कुल जी, बिल्कुल जी बिल्कुल ਤੇ बिल्कुल। ਨੀਨਾ ਜੀ, ਤੁਹਾਡੇ ਇੱਕ ਵੂਮਨ ਵਿੰਗ ਦੇ ਜਦੋਂ ਤੁਸੀਂ ਹੈਗੇ ਹੋ ਪ੍ਰੈਜ਼ੀਡੈਂਟ, ਤੇ ਉਹਦੇ ਵਿੱਚ ਕੋਈ ਵੂਮਨਸ ਲਈ, ਮਦਰਸ ਲਈ ਕੁਝ ਫੈਸਿਲਿਟੀਜ਼ ਜਾਂ ਕੁਝ ਕੋਈ ਐਕਸਟਰਾ ਵਰਕ, ਜਾਂ ਮਤਲਬ ਕਿਸ ਤਰ੍ਹਾਂ ਦਾ ਵਰਕ ਤੁਸੀਂ ਨਿਭਾ ਰਹੇ ਹੋ? Preeti, you know this, the time right now we are like you know the people who are social activists, मगर देखिए अब ये वेबनायर के तहत भी हम हर जगह पर हैं, हम solution निकाल ही लेते हैं। तो बिल्कुल बिल्कुल। एनी हाउ अगर ये लॉकडाउन नहीं होता तो यस वी ऑलवेज डू मदर डे, एंड हम माओ के लिए प्रोग्राम भी करते हैं, गेट टुगेदर करते हैं, एंड वी डिसाइड टू डू चैरिटी आल्सो। तो इन सारे सिनेरियो को रखते हुए आपको पता है कि एज ए आई एम फ्रॉम पाकिस्तान एंड अल्हम्दुलिल्लाह मुस्लिम, तो हमारा रमजान चल रहा है, वी आर डूइंग फास्टिंग इन दिस मंथ। ये बहुत बरकतों वाला महीना है और अल्लाह ताला ने जो है इस बरकतों वाले महीने के तहत ही मैं कहती हूँ कि ये कोरोना और ये तो सारी चीजें अल्लाह ताला दूर कर दे ना, हम जी सबको बिल्कुल। अपने ईमान में, अपनी हिफाजत में रखे। तो हमने एक चैरिटी प्रोग्राम रखा है दैट इज कॉल्ड ईद गिफ्ट्स, and Okay. we are making that gifts for you know the people who are very sad in this scenario, and some families are you know need some happiness. So we is nothing any kind of, yeah, this is where this is like a complete kind of you know the gifts is a Very gift. good. We are जी। making a very cute gifts for Eid, and we trying to going women center like shelters where the women are alone, they don't have a Okay. family, All and right. this is the Eid day. Eid day is like you know the big day for our celebration. So जी। we have to give a gift to women's and men's also. We are making Okay. like a family packages, and we are distributing, and under Zamir Khan Saab, because I'm a president and a secretary for PTI official New York women. We Preet ji, I'm gonna tell one thing कि we create a very good group, and आप माशाल्लाह हमारे साथ हो, रोज हमारे साथ है, और ये ग्रुप जो है ये पूरा न्यूयॉर्क की वुमेन विंग है, जिसमें हम कमिंग फ्यूचर वॉट एवर इवेंट्स वी गोइंग टू डू आप सबकी मदद से, सपोर्ट से हम करेंगे। और इसके अंदर हमने जो है पूरी कोशिश करनी है कि हम लोगों को खुशियां बांटें, आसानियां बांटें, और लाइक यू नो अपनी जिंदगी का कोई मकसद हासिल करें। तो बहुत आप अच्छी बात। सबकी, हाँ, आप सबकी मदद है, आप सबकी मोहब्बत बहुत बिल्कुल इम्पोर्टेंट जी। है, और जी। सपोर्ट बहुत इम्पोर्टेंट है। प्रीत, आप लोगों का जो सपोर्ट होता है ना वो बहुत, बिल्कुल अब बहुत ज्यादा बंदे को है ना हौसला देता है। तो ये जी हमारा बिल्कुल। अभी इस दिस कैरेट जो ये कोविड-19 सिचुएशन चल रही है, क्योंकि लोग नहीं निकल सकते, कुछ नहीं कर सकते, तो हमने अपने लिमिट के अंदर ये ईद गिफ्ट्स बनाए हैं, और इसकी न्यूज़ भी माशाल्लाह आई है, और देन वी गोइंग टू डिस्ट्रीब्यूट, और आप हमारे साथ होंगी, आप भी बिल्कुल शामिल हैं, रोज भी बिल्कुल शामिल है हमारे बिल्कुल जी प्रोग्राम बिल्कुल। में।
जी एंड हम इंशाल्लाह इसको डिस्ट्रीब्यूट करेंगे, लोगों को बिल्कुल जी। खुशियां देंगे। बहुत कोरोना कोरोना हो गया प्री जी। हाँ जी, हाँ जी, बिल्कुल हिना तो जी। फिर कर देते कि करो ना। कोरोना 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 खत्म। बस बस अभी कुछ ऐसा करो ना अभी। अभी कुछ ऐसा नहीं करो कि लोगों को, मैं देख रही हूँ कि मैं भी मीडिया से हूँ, आपको पता ही जी है। जी बिल्कुल तो जी जी बिल्कुल। जी बिल्कुल। न्यूज़पेपर देखती हूँ, हर रोज सुबह उठते ही पहले मेरी न्यूज़पेपर पे निगाह जाती है। बाकी न्यूज़पेपर अपना तो मैं कम ही पढ़ती हूँ। तो राइट मैं राइट। आपका न्यूज़पेपर रोज पढ़ती हूँ प्रीत जी, वैसे तो एवरी उनमें डे। क्या होता है, कोविड 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 ये ब्ला ब्ला ब्ला। तो मैंने अपने एम्प्लॉयर सबसे बोला भी बंद करो, जी सारा सही। कुछ बंद करो। एक खबरा देने वास्ते बहुत सारे चैनल है ने, बहुत सारे न्यूज़पेपर है ने। ਤੁਸੀਂ हाँ जी अच्छी सोच अच्छी चीज़ां लोगों तक पहुंचाओ ताकि लोग कुछ एंटरटेनमेंट ਕਰਨ, ਕੁਝ ਉਹਨਾਂ ਨੂੰ ਹਿੰਮਤ ਮਿਲੇ। ਉਹ हाँ ਕੋਵਿਡ जी ਥੱਕ ਚੁੱਕੇ ਨੇ। ਸੋ ਤੁਸੀਂ ਮੇਰਾ ਇਸ एब्सोल्यूट। ਕੱਲ ਵਾਲਾ ਨਿਊਜ਼ਪੇਪਰ ਤੁਸੀਂ ਦੇਖੋ, ਅਗਰ ਤੁਸੀਂ ਪੜੋਗੇ ਉਹਦੇ ਵਿੱਚ 6 पेज ਨਾ ਜੀ ਮਦਰ ਡੇ ਵਿਸ਼ੇਸ਼ੰਕ है ਤੇ 6 ओके। पेज जस्ट टोटली इंग्लिश है। वेरी गुड अच्छा वेरी गुड। इंग्लिश ओके। सही सही। ਸੋ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਮਾਂ ਦੇ ਲਈ ਸਪਲੀਮੈਂਟ ਹੈ, ਸਾਡਾ ਧਾਰਮਿਕ ਵੀ ਹੈ, ਹਿਸਟੋਰੀਕਲ ਵੀ ਹੈ ਤੇ ਕੋਵਿਡ ਦੀ ਇੱਕ ਦੋ ਨਿਊਜ਼ ਜਿਹੜੀ ਮੇਨ ਹੈਗੀ ਉਹ ਤੁਹਾਨੂੰ ਮਿਲੇਗੀ। ਅਦਰਵਾਈਜ਼ ਮੈਂ ਇਸ ਨਿਊਜ਼ ਦੇ ਹੱਕ ਵਿੱਚ ਨਹੀਂ ਹੈ। ਠੀਕ ਹੈ, ਅਪਡੇਟ ਰੱਖਣ ਲਈ ਬਹੁਤ ਸਾਰੇ ਚੈਨਲ ਨੇ, ਸਾਡੀ ਵੈਬਸਾਈਟ ਹੈ, ਲੋਕ ਪੜ੍ਹਦੇ ਆ ਤੇ ਲੋਕਾਂ ਨੂੰ ਕੁਝ ਜਿੰਨੀ ਪਬਲਿਕ ਹੈ ਉਹਨੂੰ ਅਸੀਂ ਹਿੰਮਤ ਦੇਣੀ ਹੈ, ਬਾਰ-ਬਾਰ ਡਰਾਣਾ नहीं है। ये देके भी हाँ बिल्कुल जी बिल्कुल प्रीत जी। वो आई कहते एग्री विद यू प्रीत, आपने बहुत अच्छी बात की कि एक जो मतलब बाकी सीरियस सिचुएशन है मगर हाँ इसको आप थोड़ा लाइट वे में भी ਲਾਈਟ लेके ਦੇ चलो। ਦਿਓ। ਹੁਣ ਤੁਸੀਂ जी ਮੈਡੀਕਲ ਫੀਲਡ ਨਾਲ ਜੁੜੇ ਹੋ, ਤੁਹਾਨੂੰ ਸਭ जी ਨੂੰ जी ਪਤਾ ਹੈ ਕਿ ਇੱਕ ਪੇਸ਼ੈਂਟ ਨੂੰ ਅਗਰ ਮੰਨ ਲਓ ਕੋਈ ਲਾ ਇਲਾਜ ਬਿਮਾਰੀ ਹੈ ਨਾ, ਤੁਸੀਂ ਤੁਹਾਨੂੰ ਪਤਾ ਹੈ ਕਿ ਉਹ ਸਾਲ ਦੇ ਅੰਦਰ ਅੰਦਰ ਮਰ ਜਾਏਗਾ। राइट। जी ਤੁਸੀਂ जी ਉਹਨੂੰ जी ਦੱਸ ਦਿਓ ਕਿ ਤੈਨੂੰ ਇਹ ਬਿਮਾਰੀ ਹੈ, ਸਾਲ ਕੋਈ ਇੱਕ ਮੰਥ ਵੀ ਨਹੀਂ ਕੱਢੇਗਾ। बिल्कुल प्रीत जी बिल्कुल थोड़ी गल सही बहुत है। आपने साइकोलॉजिकल बिल्कुल सही बात ਮੈਡੀਕਲੀ बोली ਪ੍ਰੂਵ है। ਵੀ ਹੋ ਚੁੱਕਿਆ ਹੈ, ਡਾਕਟਰ ਵੀ ਪ੍ਰੂਵ ਕਰ ਚੁੱਕੇ ਹੈ ਕਿ ਜਿਹੜਾ ਡਰ ਹੈ ਉਹ ਬੰਦੇ ਨੂੰ ਸਾਲ ਦੀ ਬਜਾਏ 6 ਮਹੀਨੇ ਦੀ ਬਜਾਏ 1 ਮੰਥ ਦੇ ਵਿੱਚ ਖਤਮ ਕਰ ਸਕਦਾ। बिल्कुल कुप्पे है बहुत बड़ी चीज है जी बिल्कुल। ਕੋਈ ਬਿਮਾਰੀ ਨਹੀਂ ਵੀ ਹੋਏਗੀ ਨਾ, ਤੁਸੀਂ ਉਹਨੂੰ ਉਦਾਂ ਹੀ ਕਹਿ ਦਿਓ ਕਿ ਤੈਨੂੰ ਇਹ ਬਿਮਾਰੀ ਹੈ, ਤੂੰ ਇੰਨੇ ਦਿਨਾਂ ਦਾ ਮਹਿਮਾਨ ਹੈ। ਤੁਸੀਂ ਦੇਖਣਾ ਕਿ ਉਹਦਾ ਪਤਾ ਘਟ ਜਾਏਗਾ ਦੁਨੀਆ ਤੋਂ। ਪ੍ਰੀਤ ਜੀ ਹਸਪੀਟਲ ਦੇ ਵਿੱਚ ਵੀ ਨਾ ਕਾਫੀ ਲੋਕ ਹੁਣ ਜਿਹੜੇ ਉਹ ਹਾਰਟ ਅਟੈਕ ਨਾਲ ਜ਼ਿਆਦਾ ਮਰ ਰਹੇ ਨੇ। ਬਿਲਕੁਲ ਜਿਨ੍ਹਾਂ ਨੂੰ ਕਰੋਨਾ ਹੋਇਆ ਉਹ ਬਚ ਵੀ ਸਕਦੇ ਨੇ, ਬਚ ਵੀ ਸਕਦੇ ਆ ਨਹੀਂ ਵੀ ਕਿਉਂਕਿ ਹੋਰ ਕੋਈ ਬਿਮਾਰੀ ਹੈਗੀ, ਡਿਜ਼ੀਜ਼ ਹੈ ਤਾਂ ਬਹੁਤ ਸਾਰੇ ਪੇਸ਼ੈਂਟ ਇਦਾਂ ਦੇ ਹੀ ਹਸਪੀਟਲ ਚ ਆ ਰਹੇ ਨੇ ਜਿਹੜੇ ਕਿ ਆਂਦੇ ਆ ਤੇ ਉਹ ਪਤਾ ਲੱਗਦਾ ਕਿ ਦੂਸਰੇ ਦਿਨ ਚਲ ਗਏ ਹਾਰਟ ਅਟੈਕ ਹੋ ਗਿਆ, ਕਿਉਂਕਿ ਨਾਲ ਦੇ ਲੋਕਾਂ ਨੂੰ ਦੇਖਦੇ ਨੇ ਔਰ ਜੇ ਕੋਈ ਹੋਰ ਮਰ ਜਾਂਦਾ ਤੇ ਉਹਦੀ ਐਂਜ਼ਾਈਟੀ ਹੋ ਜਾਂਦੀ ਕਿ ਸ਼ਾਇਦ ਮੈਂ ਵੀ ਚਲੇ ਜਾਵਾਂਗਾ। ਸੋ ਲੋਕਾਂ ਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ, ਐਂਜ਼ਾਈਟੀ ਤੋਂ। ਔਰ ਮੇਰੇ ਖਿਆਲ ਦੇ ਵਿੱਚ ਹੁਣ ਤੁਸੀਂ ਬਹੁਤ ਅੱਛਾ, ਤੁਹਾਡਾ ਨਿਊਜ਼ਪੇਪਰ ਤੇ ਕਾਫੀ ਅੱਛੀ ਖਬਰਾਂ ਹੁੰਦੀਆਂ ਆ, ਸੋ ਤੁਸੀਂ ਲੋਕਾਂ ਦਾ ਜਿਹੜਾ ਟੈਨਸ਼ਨ ਹੈ ਇਹਨੂੰ ਡਾਇਵਰਟ ਕਰਦੇ ਹੋ, ਬਹੁਤ ਅੱਛੀ ਗੱਲ ਹੈ। नहीं बिल्कुल बिल्कुल मेरी सही ये बोल सोच रहे है कि ਬਿਮਾਰੀ ਦੇ ਨਾਲੋਂ ਡਰ ਜਲਦੀ ਇਨਸਾਨ ਨੂੰ ਮਾਰਦਾ। ਸੋ ਚੰਗੀਆਂ ਚੀਜ਼ਾਂ ਲੋਕਾਂ ਨੂੰ ਦੋ, ਚੰਗੀ ਚੀਜ਼ਾਂ ਪੜਨ, ਚੰਗੀਆਂ ਚੀਜ਼ਾਂ ਸੋਚਣ, ਚੰਗੇ ਕੰਮਾਂ ਬਾਰੇ ਸੋਚਣ। ਇਹ ਬਿਮਾਰੀ ਜਦੋਂ ਦੇਖੋ ਵਕਤ ਆ ਗਿਆ ਉਹ ਆ ਹੀ ਜਾਣਾ। ਬਿਲਕੁਲ ਜੀ ਬਿਲकुल, ਜੋ ਮਾਲਕ ਨੇ ਲਿਖਿਆ ਉਹੀ ਹੋਣਾ ਹੈਗਾ ਜੀ। ਜੋ ਮਾਲਕ ਨੇ ਲਿਖਿਆ ਹੋਣਾ, ਜਿੰਨੀ ਆਪਾਂ ਇੱਥੇ ਲਿਖਾ ਕੇ ਆਏ ਆ ਉਹ ਤਾਂ ਪੂਰੀ ਕਰਨੀ ਹੈ ਤੇ ਜਦੋਂ ਖਤਮ ਹੋ ਗਿਆ ਉਹ ਮਾਲਕ ਨੇ ਸਾਨੂੰ ਪੁੱਛਣਾ ਨਹੀਂ ਵੀ ਹਾਂਜੀ ਤੈਨੂੰ ਮੈਂ ਲੈ ਕੇ ਜਾ ਰਿਹਾ। ਮੈਂ ਕਿਹਾ ਚੱਲ ਭਾਈ ਜਿੰਨੇ ਸਾਹ ਹੈਗੇ ਆ ਬਹੁਤ ਅੱਛੇ ਆਪਣਾ ਕਰਮਾ ਕਰਕੇ, ਅੱਛਾ ਗੁੱਡ ਕਰਮਾ ਕਰਕੇ ਉਹਨੂੰ ਬਿਤਾਣੇ ਚਾਹੀਦੇ ਆ। मेरी ये कि तो ऑलवेज एज ए गुड मदर, करना। एज ए राइटर, एज ए पोइट, एज ए पब्लिशर, मेरी ये कि ਇੰਨਾ ਕੁ ਦੁਨੀਆ ਨੂੰ ਅੱਛਾ ਕੁਝ ਦੱਸ ਕੇ ਜਾਓ ਕਿ ਕੋਈ ਜਾਣ ਤੋਂ ਬਾਅਦ ਵੀ ਸੋਚੇਗਾ ਵੀ ਹਾਂਜੀ ਫਲਾਣਾ ਇਨਸਾਨ ਸੀਗਾ। ਪੋਜ਼ਿਟਿਵਿਟੀ। बिल्कुल बिल्कुल एब्सोल्युटली राइट, बिल्कुल सही बोल रहे हैं आप। ਹਾਂਜੀ ਮੇਰੇ ਮਾਤਾ ਜੀ ਬਿਲਕੁਲ ਸੇਮ ਇਹੀ ਲਫ਼ਜ਼ ਬੋਲਦੇ ਨੇ ਜਿਹੜੇ ਤੁਸੀਂ ਬੋਲਿਆ ਕਿ ਬੇਟਾ ਜੀ ਆਪਣੇ ਬੱਚਿਆਂ ਨੂੰ ਅਕਲ ਦੇ ਕੇ ਜਾਓ, ਜਿਹੜੀ ਕਿ ਬਾਅਦ ਵਿੱਚ ਵੀ ਲੋਕ ਕਹਿਣ ਕਿ ਬਾਅਦ ਵਿੱਚ ਇਹ ਵੀ ਉਹਨਾਂ ਦੇ ਬੱਚੇ ਨੇ, ਉਹ ਵੀ ਬਹੁਤ ਅਕਲ ਵਾਲੇ ਸੀ, ਇਹ ਵੀ ਬਹੁਤ ਅਕਲ ਵਾਲੇ ਆ। ਬਿਲਕੁਲ ਬਿਲਕੁਲ। ਹੁਣ ਮੇਰੇ ਮੂੰਹ ਤੇ ਤਾਂ ਤੁਸੀਂ ਮੈਨੂੰ ਕੁਝ ਨਹੀਂ ਕਹੋਗੇ, ਜੋ ਮੈਂ ਅੱਛਾ ਕਰਾਂਗੀ ਤੇ ਤੁਸੀਂ ਬੈਕ ਤੇ ਕਹੋਗੇ ਉਹੀ ਮੇਰੀ ਅੱਛਾਈ ਹੈ ਤੇ ਮੂੰਹ ਬਿਲਕੁਲ ਦੇ ਉੱਪਰ ਤਾਂ ਹਰ ਕੋਈ ਕਹਿ ਦਿੰਦਾ। ਸੋ ਉਸ ਤਰ੍ਹਾਂ ਦਾ ਕੰਮ ਕਰੋ ਕਿ ਜਿਹੜਾ ਸਾਡੇ ਜਾਣ ਤੋਂ ਬਾਅਦ ਵੀ ਸਾਨੂੰ ਕੋਈ ਯਾਦ ਕਰੇ, ਸਾਡੇ ਬੱਚੇ ਵੀ ਗਰਵ ਨਾਲ ਕਹਿਣ ਕਿ ਸਾਡੀ ਮਦਰ ਸੀਗੇ ਤੇ ਸਾਡਾ ਪੂਰਾ ਪਰਿਵਾਰ ਵੀ ਕਹੇ ਕਿ ਸਾਡੇ ਪਰਿਵਾਰ ਦੇ ਮੈਂਬਰ ਸੀਗੇ ਤੇ ਆਸ ਪੜੋਸ राइट। ਵੀ ਹਾਂਜੀ ਫਲਾਣਾ ਪਰਸਨ ਸੀਗਾ। ਸੋ ਬਿਲਕੁਲ ਬਿਲकुल ਤੁਸੀਂ ਆਪਣੀ ਕੋਈ ਸੰਸਥਾ ਬਾਰੇ ਦੱਸੋ। ਹਾਂਜੀ ਜੀ ਬਿਲकुल। ਸਾਡੀ ਪੀਸ ਐਂਡ ਸ਼ੇਅਰਿੰਗ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ, ਜਿਹਦੇ ਵਿੱਚ ਵੈਸੇ ਤਾਂ ਮੈਂ ਕਈ ਸਾਲਾਂ ਤੋਂ ਕੰਮ ਕਰਦੀ ਸੀਗੀ ਆਪਣਾ ਪਰਸਨਲ ਲਾਈਕ, ਮਰ ਹੁਣ ਉਹਦੇ ਅੰਡਰ ਕੰਮ ਕਰਦੇ ਪਏ ਜਿਸ ਕਿਸੇ ਨੂੰ ਫੂਡ ਦੀ ਲੋੜ ਹੈਗੀ ਹੈ
ਪਹਿਲਾਂ ਵੀ, ਹੁਣ ਨਹੀਂ, ਪਹਿਲਾਂ ਵੀ ਸੀ, ਜੇ ਕਿਸੇ ਨੂੰ ਕਿਸੇ ਚੀਜ਼ ਦੀ ਫੂਡ ਦੀ ਲੋੜ ਹੈ, ਸ਼ੈਲਟਰ ਦੀ ਲੋੜ ਹੈ, ਜਾਂ ਕਿਸੇ ਨੂੰ ਹੋਰ ਕੋਈ ਹੈਲਪ ਚਾਹੀਦੀ ਹੈ, ਤੇ ਵੀ ਆਰ ਆਲਵੇਜ਼ ਰੈਡੀ ਟੂ just give help, or we are helping out so many people already. So ਮੇਰੇ ਕੋਲ ਬਹੁਤ ਸਾਰੇ ਇਦਾਂ ਦੇ ਕੇਸ ਵੀ ਆਏ ਨੇ, ਹੋਮਲੈਸ ਲੋਕ ਆਏ ਨੇ ਜਿਨ੍ਹਾਂ ਨੂੰ ਮੈਂ ਜੌਬ ਦਿਲਾਈ ਹੈ, ਤੇ ਮੇਰੇ ਲਿੰਕ ਦੇ ਵਿੱਚ ਕਾਫੀ ਸਾਲਾਂ ਤੋਂ ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਜੇ ਕੋਈ ਔਰਤ ਹੋਮਲੈਸ ਬਣੀ ਹੈ ਤੇ ਕਿਉਂ ਬਣੀ ਹੈ, ਮਤਲਬ ਉਹਦੇ ਪਿੱਛੇ ਕੀ ਵਜ੍ਹਾ ਹੈਗੀ ਆ। ਕਿਉਂਕਿ ਬਹੁਤ ਸਾਰੀਆਂ ਔਰਤ ਮੈਨੂੰ ਇਸ ਤਰ੍ਹਾਂ ਦੀਆਂ ਵੀ ਮਿਲੀਆਂ, ਆਪਣੀ ਕਮਿਊਨਿਟੀ ਤੋਂ ਨਹੀਂ, ਖੈਰ ਦੂਸਰੀ ਕਮਿਊਨਿਟੀ ਦੀਆਂ, ਕਿ ਉਹਨਾਂ ਦਾ ਪੜ੍ਹੀਆਂ ਲਿਖੀਆਂ, ਡਿਗਰੀ ਉਹਨਾਂ ਦੇ ਕੋਲ, ਉਹ ਫਿਰ ਵੀ ਹੋਮਲੈਸ ਬਣੀਆਂ। ਉਹ ਇਸ ਲਈ ਬਣੀਆਂ ਕਿ ਉਹਨਾਂ ਦੇ ਅੰਦਰ ਜਿਹੜੀ ਬਿਲਿੰਗ ਪਾਵਰ ਸੀਗੀ ਉਹ ਖਤਮ ਹੋ ਗਈ ਕੰਮ ਕਰਨ ਦੀ, ਜਾਂ ਉਹਨਾਂ ਦੇ ਵਿੱਚ ਸਮਾਜ ਨੂੰ ਸਹਿਣ ਦੀ, ਸੋ ਜਾਂ ਕੋਈ ਉਹਨਾਂ ਨੂੰ ਤਾਕਤ ਜਿਹੜੀ ਸੀਗੀ ਉਹਨਾਂ ਦੇ ਕੋਲ ਨਹੀਂ ਸੀਗੀ, ਤੇ ਦੇ ਬਿਕਮ ਹੋਮਲੈਸ। ਸੋ ਆਈ ਕੰਟੈਕਟ ਵਿਦ them, some of them ਮੈਂ ਆਪਣੇ ਘਰ ਵੀ ਲੈ ਆਉਂਦੀ ਹੈਗੀ ਆ, ਮੇਰੀ ਆਦਤ ਹੈ ਉਹਨਾਂ ਨੂੰ ਫਿਰ ਸੋਹਣੇ ਕੱਪੜੇ ਪਵਾ ਕੇ, ਨਵਾ ਕੇ, ਫਿਰ ਉਹਨਾਂ ਨੂੰ ਦੇਖਣਾ ਕਿ ਕਿਸ ਚੀਜ਼ ਦੇ ਕਾਬਲ ਹੈ, ਉਹਨਾਂ ਨੂੰ ਜੌਬ ਤੇ ਲਾ ਦੇਣਾ। ਸੋ ਜੋ ਵੀ ਮੇਰੇ ਕੋਲ ਹੋ ਸਕਦਾ, ਜੇ ਕਿਸੇ ਨੂੰ ਚਾਹੀਦਾ ਕਿ ਮੈਡੀਕੇਟ ਕਿਵੇਂ ਅਪਲਾਈ ਕਰੀਏ, ਤਾਂ ਉਹਨਾਂ ਨੂੰ ਪਤਾ ਨਹੀਂ, ਇਸ ਕੰਟਰੀ 'ਚ ਨਵੇਂ ਆਏ ਆ, ਤਾਂ ਮੈਂ ਕਹਿੰਦੀ ਇਸ ਤਰ੍ਹਾਂ ਕਰੋ, ਚਲੋ ਮੈਂ ਕਰਦੀ ਹਾਂ ਤੁਹਾਡਾ ਕੰਮ। ਜੇ ਕੋਈ ਕਹਿੰਦਾ ਕਿ ਮੈਨੂੰ ਕੁਝ ਵੀ ਨਹੀਂ ਪਤਾ, ਮੈਂ ਇਸ ਕੰਟਰੀ 'ਚ ਨਵਾਂ ਆਇਆ, ਤੇ then I will do everything for you, means I'm ready for everybody, for everything। ਜੇ ਸਾਡੇ ਕਿਸੇ ਨੂੰ ਕੋਈ ਹੈਲਪ ਚਾਹੀਦੀ ਆ ਤੇ ਸਾਨੂੰ ਕੰਟੈਕਟ ਕਰੇ, ਅਸੀਂ ਉਹਦੇ ਲਈ ਰੈਡੀ ਹੈਗੇ ਆ। ਮੇਰਾ ਫੋਨ ਨੰਬਰ ਹੈਗਾ 7185011635। ਸੋ ਮੈਨੂੰ ਇੰਡੀਆ ਦੇ ਵਿੱਚ ਵੀ ਕੋਈ ਜੇ ਸਾਡਾ ਪ੍ਰੋਗਰਾਮ ਦਿਖਦਾ ਤੇ ਕਿਸੇ ਨੇ ਅਮਰੀਕਾ ਆਉਣਾ ਆ, ਤੇ ਉਸ ਆਉਣ ਤੋਂ ਪਹਿਲਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਆ। ਸੋ ਉਹਨਾਂ ਨੂੰ ਅਸੀਂ ਗਾਈਡ ਕਰ ਦਿੰਦੇ ਆ ਕਿ ਤੁਸੀਂ ਜਦੋਂ ਆਉਣਾ ਆ ਤੇ ਆਉਣ ਤੋਂ ਪਹਿਲਾਂ ਤੁਸੀਂ ਜੇ ਇੱਥੇ ਰਹਿਣਾ ਚਾਹੁੰਦੇ ਆ ਤੇ ਕਮ ਸੇ ਕਮ ਇੰਗਲਿਸ਼ ਜ਼ਰੂਰ ਸਿੱਖ ਕੇ ਆਓ। ਛੋਟਾ ਇੰਗਲਿਸ਼ ਕੋਰਸ ਜ਼ਰੂਰ ਕਰਕੇ ਆਓ, ਕਿਉਂਕਿ ਬਹੁਤ ਇੰਪੋਰਟੈਂਟ ਹੈ। ਜੇ ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਮੈਨੂੰ ਬਹੁਤ ਸਟਰਗਲ ਕਰਨਾ ਪੈਂਦਾ ਉਹਨਾਂ ਲੋਕਾਂ ਲਈ, ਕਿ ਫਿਰ ਉਹਨਾਂ ਨੂੰ ਲਾਈਕ ਲੰਬਾ ਸਮਾਂ ਬੇਬੀਸਿਟ ਕਰਨਾ ਪੈਂਦਾ, ਲੰਬਾ ਸਮਾਂ ਉਹਨਾਂ ਨੂੰ ਸਟਰਗਲ ਕਰਨਾ ਪੈਂਦਾ ਮੈਨੂੰ ਉਹਨਾਂ ਲਈ। ਤਾਂ ਜੇ ਕੋਈ ਏਦਾਂ ਦਾ ਮੇਰੇ ਕੋਲ ਆ ਜਾਂਦਾ ਕਿ ਜਿਹੜਾ ਕਹਿੰਦਾ ਮੈਂ ਇੰਡੀਆ ਤੋਂ ਆਇਆ ਪਰ ਮੈਨੂੰ ਇੰਗਲਿਸ਼ ਤੇ ਆਉਂਦੀ, ਪਰ ਮੈਨੂੰ ਇਹ ਨਹੀਂ ਪਤਾ ਕਿ ਪ੍ਰੋਸੈਸ ਕੀ ਆ, ਤੇ ਮੈਂ ਕਹਿੰਦੀ ਨੋ ਪ੍ਰੋਬਲਮ, ਲਾਈਕ ਜੌਬ ਲੋਕਾਂ ਨੂੰ ਕਿਸੇ ਨੂੰ ਚਾਹੀਦੀ ਉਹ ਵੀ ਫਾਈਂਡ ਆਊਟ ਕਵਰ ਕਰੀਦੀ ਆ ਥਰੂ ਕੰਟੈਕਟਸ। ਸੋ ਪੀਸ ਲੋਕਾਂ ਨੂੰ ਦੇਣਾ ਮੇਰਾ ਮੇਨ ਮਕਸਦ ਹੈ, ਕਿ ਕਿਵੇਂ ਲੋਕਾਂ ਨੂੰ ਇਸ ਦਲਦਲ ਚੋਂ ਕੱਢਿਆ ਜਾਵੇ ਜਿਹਦੇ ਚ ਅੱਜ ਕੱਲ ਆਲਮੋਸਟ 90% ਪੀਪਲ ਫਸ ਗਏ ਨੇ। ਬਿਲਕੁਲ ਲੜਾਈ ਝਗੜਾ, ਗੁੱਸਾ, ਈਗੋ, ਉਹ ਕਰਕੇ ਅੱਜ ਗੱਲ ਇੱਕ ਤੇ ਆ ਕੇ ਮੁੱਕ ਜਾਂਦੀ ਕਿ ਪੇਸ਼ੈਂਸ ਨਹੀਂ, ਮੈਂ ਮੇਰੀ, ਤੇ ਉਹਦੇ ਵਿੱਚ ਕੁਝ ਨਹੀਂ ਰੱਖਿਆ। ਪੀਸ ਰੱਖੋਗੇ, ਪੇਸ਼ੈਂਸ ਰੱਖੋਗੇ, ਜੋ ਤੁਹਾਡੇ ਕੋਲ ਹੈਗਾ ਉਹ ਸ਼ੇਅਰ ਕਰੋ। ਜੇ ਤੁਹਾਡੇ ਕੋਲ ਨੌਲੇਜ ਹੈ ਤਾਂ ਨੌਲੇਜ ਸ਼ੇਅਰ ਕਰ ਲਓ ਕਿਸੇ ਨਾਲ, ਉਹਦਾ ਕੋਈ ਕੰਮ ਸਵਾਰ ਦੋ। ਜੇ ਤੁਹਾਡੇ ਕੋਲ ਫੂਡ ਹੈ ਤੇ ਫੂਡ ਸ਼ੇਅਰ ਕਰ ਲਓ। ਸੋ ਜੇ ਤੁਹਾਡੇ ਕੋਲ ਸਮਾਈਲ ਹੈ ਤੇ ਸਮਾਈਲ ਸ਼ੇਅਰ ਕਰ ਲਓ। ਮੇਰਾ ਕਹਿੰਦਾ ਮਤਲਬ ਕਿ ਜੋ ਤੁਹਾਡੇ ਕੋਲ ਮਾਲਕ ਨੇ ਸਾਨੂੰ ਬਖਸ਼ਿਆ ਹੋਇਆ ਆ ਉਹ ਤੁਸੀਂ ਲੋਕਾਂ ਨਾਲ ਸ਼ੇਅਰ ਕਰੋ। ਬਿਲਕੁਲ ਬਿਲਕੁਲ। ਐਜ਼ ਇਹ ਨਾ ਜੀ ਰੋਜ਼ੀ, ਪਤਾ ਨਹੀਂ ਤੁਹਾਨੂੰ ਨਹੀਂ ਪਤਾ ਹੋਏਗਾ ਸ਼ਾਇਦ ਕਿ ਮੈਂ 15 ਇਅਰਸ ਐਜ਼ ਏ ਟੀਚਰ, ਐਜ਼ ਏ ਡਾਇਰੈਕਟਰ ਆਫ ਬੋਰਡਿੰਗ ਸਕੂਲ ਵੀ ਆਪਣੀ ਸੇਵਾ ਨਿਭਾਈ ਹੈ। ਤੇ ਮੇਰੀ ਇੱਕ ਹੀ ਹੁੰਦੀ ਸੀ ਕਿ ਸਕੂਲ ਇੰਗਲਿਸ਼ ਮੀਡੀਅਮ ਕਿਉਂ ਹੈ, ਸਾਰੇ ਪੁੱਛਦੇ ਪੰਜਾਬੀ, ਤੇ ਮੈਂ ਤੁਹਾਡੇ ਸਕੂਲ ਦੇ ਵਿੱਚ ਇੰਗਲਿਸ਼ ਕਿਉਂ ਹੈ, ਤੁਸੀਂ ਬੱਚਿਆਂ ਨੂੰ ਕੰਪਲਸਰੀ ਕਿਉਂ ਕਰਦੇ ਹੋ, ਪੰਜਾਬੀ ਮਾਂ ਬੋਲੀ ਦੇ ਗੁਣ ਗਾਉਂਦੇ ਹੋ ਤੇ ਕੰਪਲਸਰੀ ਇੰਗਲਿਸ਼ ਕਰਦੇ ਹੋ। ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦੀ ਸੀ, ਤੇ ਅੱਜ ਵੀ ਮੈਨੂੰ ਕਈ ਵਾਰੀ ਕਮੈਂਟਸ ਆਉਂਦੇ ਆ ਕਿ ਤੁਸੀਂ ਪੰਜਾਬੀ ਹੋ, ਪੰਜਾਬੀ ਨੂੰ ਪ੍ਰਮੋਟ ਕਰਦੇ ਹੋ, ਤੇ ਫਿਰ ਵੀ ਤੁਸੀਂ ਇੰਗਲਿਸ਼ ਦੇ ਵਿੱਚ ਕਾਫੀ ਰਾਈਟ ਕਰਦੇ ਹੋ, ਤੇ ਤੇ ਜਦੋਂ ਮੈਂ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਪੰਜਾਬੀ ਕਰਾਂ, ਪਰ ਮੇਰਾ ਉਹਨਾਂ ਨੂੰ ਇੱਕ ਹੀ ਜਵਾਬ ਹੁੰਦਾ ਹੈ ਕਿ ਦੇਖੋ ਪੰਜਾਬੀ ਸਾਡੀ ਮਾਂ ਬੋਲੀ ਹੈ ਜੀ, ਅੰਦਰ ਇਹਨੂੰ ਅਸੀਂ ਆਪਾਂ ਭੁੱਲ ਨਹੀਂ ਸਕਦੇ, ਵਿਚਾਰ ਨਹੀਂ ਸਕਦੇ। ਪਰ ਇੰਗਲਿਸ਼ ਜਿਹੜੀ ਹੈਗੀ ਉਹ ਇੰਟਰਨੈਸ਼ਨਲ ਲੈਂਗੁਏਜ ਹੈ। ਬਿਲਕੁਲ, ਇੱਕ ਸਟੇਟ, ਇੱਕ ਮੁਲਕ, ਹਰ ਬੰਦੇ ਦਾ ਨਾਲ ਆਪਣਾ ਇੱਕ ਕਨਵਰਸੇਸ਼ਨ, ਆਪਣਾ ਇੱਕ ਕੰਟੈਕਟ ਕਰ ਸਕਦੇ ਹਾਂ। ਕਿ ਅਗਰ ਪੰਜਾਬੀ ਹੈ ਤਾਂ ਉਹ ਸਿਰਫ ਆਪਣਾ ਪੰਜਾਬ ਤੱਕ ਹੈ, ਹਿੰਦੀ ਹੈ ਤਾਂ ਸਿਰਫ ਹਿੰਦੁਸਤਾਨ ਤੱਕ ਹੈ। ਬਿਲਕੁਲ। ਇੰਗਲਿਸ਼ ਹੈ ਤਾਂ ਤੁਸੀਂ ਕਿਸੇ ਵੀ ਮੁਲਕ ਵਿੱਚ ਜਾ ਕੇ, ਕਿਸੇ ਵੀ ਸਟੇਟ ਵਿੱਚ ਜਾ ਕੇ, ਅੱਜ ਤੁਹਾਡੇ ਬੱਚੇ ਪੰਜਾਬ ਦੇ ਵਿੱਚ ਹੈ ਜਾਂ ਹਰਿਆਣੇ ਦੇ ਵਿੱਚ ਹੈ ਜਾਂ ਪਾਕਿਸਤਾਨ ਦੇ ਵਿੱਚ ਹੈ, ਕਿਤੇ ਵੀ ਹੈ, ਉਹ ਤੁਹਾਡੇ ਕਮਿਊਨਿਟੀ ਦੇ ਵਿੱਚ ਹੈ ਤੇ ਉਹਨਾਂ ਨਾਲ ਰਾਬਤਾ ਕਰ ਰਹੇ ਨੇ, ਰਾਈਟ? ਬਿਲਕੁਲ ਬਿਲਕੁਲ। ਫਿਊਚਰ ਬ੍ਰਾਈਟ ਹੈ, ਕਿਤੇ ਹੋਰ ਕੰਟਰੀ 'ਚ ਜਾਂਦੇ ਆ, ਕਿਤੇ ਹੋਰ ਹਾਈ ਸੁਸਾਇਟੀ, ਮੰਨ ਹਾਈ ਜੌਬ ਤੇ ਜਾਂਦੇ ਆ, ਤਾਂ ਉਹਨਾਂ ਨੂੰ ਡਿਫਿਕਲਟ, ਇਸ ਕਰਕੇ ਲੋਹਾ ਲੋਹੇ ਨੂੰ ਕੱਟਦਾ ਤੇ ਭਾਸ਼ਾ ਭਾਸ਼ਾ ਨੂੰ
ਭਾਸ਼ਾ ਨੂੰ ਕੱਟਦੀ ਹੈ। ਜੀ ਹੁਣ ਜੀ ਜਿਹੜੇ ਜੀ ਸਾਡੇ ਇੱਥੇ ਬੱਚੇ ਪੰਜਾਬੀ ਨਹੀਂ ਸਮਝਦੇ, ਹਿੰਦੀ ਨਹੀਂ ਸਮਝਦੇ, ਉਰਦੂ ਨਹੀਂ ਸਮਝਦੇ, ਸਿਰਫ ਇੱਥੇ ਬੋਰਨ ਹੋਏ ਆ, ਉਹਨਾਂ ਨੂੰ ਸਿਰਫ ਇੰਗਲਿਸ਼ ਆਉਂਦੀ ਹੈ, ਤੇ ਤੁਸੀਂ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਵੀ ਕਿੱਦਾਂ ਸਮਝਾਓਗੇ? ਉਹ ਵੀ ਤੁਸੀਂ ਉਹਨਾਂ ਨੂੰ ਇੰਗਲਿਸ਼ ਵਿੱਚ ਹੀ ਸਮਝਾ ਸਕਦੇ। ਜੀ ਬਿਲਕੁਲ ਐਗਜ਼ੈਕਟਲੀ, ਬਿਲਕੁਲ ਬਿਲਕੁਲ ਸਹੀ। ਤੁਸੀਂ ਆਪਣੇ ਧਰਮ ਦਾ, ਆਪਣੇ ਰਿਲੀਜੀਅਸ ਦਾ ਜਦੋਂ ਉਹਨਾਂ ਨੂੰ ਕਹੋਗੇ ਕਿ ਹਾਂਜੀ ਦੱਸਣਾ ਚਾਹੋਗੇ, ਤੁਸੀਂ ਉਰਦੂ ਚ ਦੱਸੋਗੇ, ਸਮਝਣਗੇ? नहीं समझणगे। पंजाबी ਚ ਦੱਸੋ, बिल्कुल ਸਮਝਣਗੇ। ਹਿੰਦੀ एब्सोल्युटली राइट, बिल्कुल सही बात कर रहे परी ਇੰਗਲਿਸ਼ जी। ਦੇ ਵਿੱਚ ਹੀ ਸਮਝਣਗੇ। ਤੁਹਾਡਾ ਮਕਸਦ ਹੈ ਕਿ ਆਪਣੀ ਪੀੜ੍ਹੀ ਨੂੰ ਆਪਣੇ ਰਿਲੀਜੀਅਸ ਨਾਲ ਜੋੜਨਾ। ਜੀ ਤੇ ਬਿਲਕੁਲ ਇੰਟਰਨੈਸ਼ਨਲ ਲੈਂਗੁਏਜ ਹੀ ਇੱਥੇ ਕੰਮ ਆਉਂਦੀ ਹੈ, ਜਦੋਂ ਤੁਸੀਂ ਆਪਣੀ ਪੀੜ੍ਹੀ ਨੂੰ ਆਪਣੇ ਰਿਲੀਜਨ ਨਾਲ ਜੋੜਨਾ। ਹੁਣ ਜੇ ਬਿਲਕੁਲ ਬਿਲਕੁਲ ਫੋਰਨ ਹੋਇਆ, ਉਹਨੂੰ ਪੰਜਾਬੀ ਨਹੀਂ ਆਉਂਦੀ, ਤਾਂ ਮੈਂ ਉਹਨੂੰ ਗੁਰੂ ਘਰ ਨਾਲ ਕਿਸ ਤਰ੍ਹਾਂ ਜੋੜਾਂਗੀ? ਪੰਜਾਬੀ ਚ ਬੋਲ ਕੇ। ਉਹਨੂੰ ਤਾਂ ਪੰਜਾਬੀ ਸਮਝ ਹੀ ਨਹੀਂ ਹੈ। ਜੀ ਬਿਲਕੁਲ ਬਿਲकुल ਇਹੀ ਗੱਲ ਮੈਂ ਸਮਝਾਉਣਾ ਚਾਹੁੰਦੀ ਸੀ ਕਿ ਬਿਲਕੁਲ ਇੰਟਰਨੈਸ਼ਨਲ ਲੈਂਗੁਏਜ ਜਿਹਨੂੰ ਹਰ ਕੋਈ ਜਾਣਦਾ, ਤਾਂ ਕਿ ਉਹਨੂੰ ਮੈਂ ਉਹਦੇ ਵਿੱਚ ਦੱਸਾਂ ਵੀ ਅਸੀਂ ਕਿਸ ਵਿਰਸੇ ਦੇ ਮਾਲਕ ਹਾਂ। ਜੀ ਸੋ ਇਹ ਬਿਲकुल ਤੁਹਾਡੀ ਗੱਲ ਮੈਨੂੰ ਬਹੁਤ ਅੱਛੀ ਲੱਗੀ ਹੈ ਕਿ ਇੰਗਲਿਸ਼ ਬਹੁਤ ਜ਼ਰੂਰੀ ਹੈ, ਇੰਟਰਨੈਸ਼ਨਲ ਲੈਂਗੁਏਜ। ਬਾਕੀ ਉਸ ਤੋਂ ਇਲਾਵਾ ਸਾਡੀ ਮਦਰ ਲੈਂਗੁਏਜ ਪੰਜਾਬੀ ਹੈ, ਉਰਦੂ ਹੈ, ਹਿੰਦੀ ਹੈ, ਡਜ਼ਨਟ राइट, ਮੈਟਰ। ਉਹ ਸਾਡੇ ਖੂਨ ਦੇ ਵਿੱਚ, ਉਹ ਸਾਡੇ ਖੂਨ ਦੇ ਵਿੱਚ ਹੈ। ਬਿਲਕੁਲ ਜੀ ਖੂਨ ਦੇ ਵਿੱਚ ਹੈ। ਹੁਣ ਸਾਡੇ ਖੂਨ ਦੇ ਵਿੱਚ ਹੈ, ਅਸੀਂ ਅਗਲੀ ਪੀੜ੍ਹੀ ਨੂੰ ਦੱਸਣਾ, ਤੇ ਉਹਨਾਂ ਦੇ ਖੂਨ ਅਗਲੀ ਵਿੱਚ ਵੀ ਤਾਂ ਹੀ ਜਾਵਾਂਗੇ ਜੇ ਅਸੀਂ ਉਹਨਾਂ ਨੂੰ ਮਿਠਾਸ ਨਾਲ ਦੱਸਾਂਗੇ। ਚਾਹੇ ਬਿਲकुल ਲੈਂਗੁਏਜ ਕੋਈ ਵੀ ਹੋਵੇ, ਉਹਦੇ ਵਿੱਚ ਹੀ ਆਪਾਂ ਆਪਣੀ ਲੈਂਗੁਏਜ ਸਮਝਾ ਸਕਦੇ ਹਾਂ। बिल्कुल नहीं जी, बिल्कुल प्रीत जी आपने बहुत अच्छी बात की है। इसी तहत हम लोगों का जो साडा पंजाब है उसमें बिल्कुल। हमारा प्रोग्राम लैंग्वेज डे था कि ये जो बिफोर कोविड-19 इज अ बिग इवेंट हम लोग जो हाँ, ऑर्गेनाइज मैं कर रहे थे बिल्कुल तुसी बिल्कुल। आल्सो पार्ट ऑफ दैट कि Yeah, हम लैंग्वेज डे कर रहे थे। पंजाब डे से भी जी हमने स्टार्ट किया था एंड व्हेन एवरीथिंग गोइंग टू बी ओके एंड फाइन हम अब इवेंट को अपना कंटिन्यू करेंगे। आपने बिल्कुल बिल्कुल। बहुत I'm 100% agree with you कि we have to teach our mother tongue। हमको अपना जो भी बिल्कुल जबान है बिल्कुल, क्योंकि पंजाबी अगर उर्दू बोलनी चाहिए, मगर बिल्कुल जाहिर बात है कि हमारे बच्चों को इस दुनिया में सरवाइव करना है और यहाँ पे जॉब्स करनी होती हैं, अपने आप को स्टैब्लिश करना होता है। तो डोंट लाइक मेक वो इंग्लिश बोलने से कोई क्वालिफिकेशन का अंदाजा हो जाता है। इंग्लिश इज जस्ट अ लैंग्वेज, जस्ट लैंग्वेज नथिंग है, एक जरिया नथिंग है, एनीथिंग। अपनी लैंग्वेज समझाने का, अपना विरसा समझाने का एक जरिया है। इसे इशू जरिया नहीं, बल्कि इसे एक खूबी के तौर पे लेना चाहिए कि हाँ जी, अपने हम्म, पास कुछ तो है जिसके जरिए हम अपनी पीढ़ी को बिल्कुल जोड़ बिल्कुल। सकते हैं। ਬਿਲਕੁਲ ਜੀ ਬਿਲਕੁਲ। ਕਈ ਲੋਕਾਂ ਨੂੰ ਇਹ ਚੀਜ਼ ਦਾ ਬੁਰਾ ਲੱਗ ਜਾਂਦਾ ਕਿ ਜਦੋਂ ਮੈਂ ਕਹਿੰਨੀ ਕਿ ਇੰਗਲਿਸ਼ ਸਿੱਖ ਕੇ ਆਓ, ਤੇ ਪਰ ਉਹ ਇੰਗਲਿਸ਼ ਸਿੱਖ ਕੇ ਆਉਣ ਦਾ ਮਤਲਬ ਮੇਰਾ ਇਹ ਨਹੀਂ ਕਿ ਤੁਸੀਂ ਆਪਣੀ ਭਾਸ਼ਾ ਨੂੰ ਨਾ ਬੋਲੋ। ਜਿੱਥੇ ਆਪਣੀ ਭਾਸ਼ਾ ਬੋਲਣੀ, ਜਿੱਦਾਂ ਹੁਣ ਅਸੀਂ ਬੋਲਦੇ ਆ, ਅਸੀਂ ਆ ਗੱਲਾਂ ਕਰਦੇ ਆ, ਆਪਾਂ ਜੀ ਆਪਣੀ ਭਾਸ਼ਾ ਚ ਕਰਦੇ ਆ, ਪਰ बिल्कुल ਜਿੱਥੇ ਇੰਗਲਿਸ਼ ਦੀ ਲੋੜ ਪੈ ਜਾਏਗੀ ਤੇ ਉੱਥੇ ਉਹ ਕਰ ਲਾਂਗੇ। ਸੋ ਲੋੜ ਪੈਣ ਤੇ ਤੁਹਾਡੇ ਕੋਲ ਕੋਈ ਬੈਕਅਪ ਪਲਾਨ ਹੋਣਾ ਚਾਹੀਦਾ। ਜਿੰਨਾ ਜ਼ਿਆਦਾ ਹੋ ਸਕੇ ਹਰੇਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ। ਪਰ ਇਹ ਜਿਹੜੀ ਆਪਣੀ ਇੰਗਲਿਸ਼, ਹਿੰਦੀ, ਪੰਜਾਬੀ ਤੇ ਇੰਗਲਿਸ਼ ਹੈ, ਇਹ ਤਾਂ ਮੋਸਟ ਹੈਗੀ ਹੈ ਨਾ। ਇਸ ਤੋਂ ਇਲਾਵਾ ਜਿੰਨਾ ਜ਼ਿਆਦਾ ਹੋ ਸਕੇ, ਜਿੰਨੀਆਂ ਭਾਸ਼ਾਵਾਂ ਨਾਲ ਜੁੜੋਗੇ, ਉਹਨੇ ਲੋਕਾਂ ਨਾਲ ਤੁਹਾਡਾ ਵਾਹ ਪਏਗਾ, ਉਹਨੇ ਲੋਕਾਂ ਨੂੰ ਤੁਸੀਂ ਜਾਣ ਸਕੋਗੇ। ਸੋ ਦਿਸ इज गुड थिंग। सो प्रीत जी मैं आपको इस चीज के लिए एक अभी इस कोविड-19 का आपको इंसिडेंट बताती हूँ कि मेरी एक फ्रेंड है, उसकी मॉम ओवर 70 एंड उनको जो था गॉल ब्लैडर की प्रॉब्लम थी। शी इज नॉट कोविड-19 नथिंग एनीथिंग, मगर गॉल ब्लैडर की उनका जो है ना ऑपरेशन वगैरह का सिलसिला था, तो वो हॉस्पिटल में थी एंड ओवर 70 फ्रॉम पाकिस्तान। तो जाहिर बात है अपना अपने कपड़ों में और उसमें वो हॉस्पिटल गई। और आपको पता है क्या इस वक्त हॉस्पिटल की सिचुएशन चल रही है, कि जी नर्सेज और स्टाफ कम है और बहुत सी चीजें जो हैं वो बहुत रॉन्ग इस वक्त हुई हैं। आई हैव अ लॉट ऑफ आई एम गोना हैविंग अ विटनेस जो आपको बता सकते हैं जिनके साथ मॉल प्रैक्टिस हुई है इस वक्त, उनके साथ बहुत ज्यादती हॉस्पिटल्स के अंदर हुई है। तो शी टोल्ड मी कि मेरी दोस्त बताती कि मेरी अम्मी क्योंकि ओवर 70 हैं और ये जो है ना पेशेंट को अलाउ नहीं कर रहे थे विजिटर को मिलने के लिए और जी उनको हॉस्पिटल में रखा था। बहुत ज्यादा लोगों ने परेशानी उठाई है इसमें बहुत तकलीफ दे ये वक्त रहा है। मैं जानती हूँ जो लोग बीमार हुए हैं प्रीत, आप उनसे पूछ सकते हैं कि बहुत ज्यादा तकलीफ लोगों ने उठाई है। तो एक नर्स थी, वो जो है हमारी अम्मा जी उनको कोशिश कर रही थी नर्स को बोलने की, तो वो उन्होंने नर्स ने ये कहा कि भाई ये तो नहीं इंग्लिश जानती होगी, तो उसको तो इंग्लिश नहीं समझ आएगी, बूढ़ी औरत है,
और जो है वो मैं जो बोलूंगी तो वो उसको क्या पता मैं क्या बोल रही हूँ, वो तो अपनी जबान जानती है। तो रोज उन्होंने उस नर्स ने RN ने उसको कुछ गलत बात बोली अच्छा in English में. The two हाँ nurses talking with each other in English, and they thought the patient is not understanding. You are हाँ जी you are in a profession, you know this is wrong by the privacy. You know that thing. We are not allowed to talk front of the patient about front with any language. But they जी are बिल्कुल talking because they think this is the old woman and she not going to understand what they are talking. You know what happened? This mother जो थी ना, जो हमारी जो बिल्कुल रोज की अम्मी की एज की, वो जी उस मदर को इंग्लिश बहुत अच्छी आती थी। उसके नवासा पोती सब ने उनको इंग्लिश सिखाई थी, और जी she understand everything and she speak also, जी and ओ she complain about that nurses and she ओ talked in English. ये तो एज ए नर्स, एज ए डॉक्टर, और मैं कहती हूँ कि नहीं, डॉक्टर नर्सिटी सबको ऐसे मतलब ऐसी कोई लैंग्वेज यूज नहीं करनी चाहिए ये सोच के कि उसको नहीं आती। नहीं आती है, देखें आप, तो ये जो रोज कह रही है ना कि इंग्लिश सीख कर आई है, तो इज नथिंग एनीथिंग रॉन्ग शी इज सेइंग। अगर वो माँ को, अगर वो दादी को इंग्लिश नहीं आती तो वो आज कैसे अपना हक कर सकती थी और एक राइट डिसीजन ले सकती थी। राइट डिसीजन ले सकती थी। चलिए हिना जी, आपका बहुत बहुत शुक्रिया। बहुत अच्छे से आपने बातचीत की और हमारा टाइम इजाजत नहीं दे रहा, और लेकिन नहीं तो हम पूरा दिन बात करें प्रीत, राइट? और सबको बोर करें, बोर तो नहीं, हमारे दर्शक हमें इतना प्यार देते हैं, हमारे जितने भी पढ़ने वाले या पाठक प्रीतनामा के, तो जितनी रिस्पेक्ट दे रहे हैं, मैं कहती हूँ ये गॉड गिफ्ट है कि वो मेरे को इतनी रिस्पेक्ट देते हैं। तो जी जी बिल्कुल, आप इसको डिजर्व करते हो प्रीत, आप बहुत माशाल्लाह अच्छा काम कर रहे हो। भाइयों का, बहनों का आशीर्वाद है, प्यार है कि इतनी रिस्पेक्ट मिल रही है। सो रोज जी, हिना जी, बहुत बहुत शुक्रिया आप दोनों का प्रीतनामा से जुड़ने के लिए, और आप लोगों ने बहुत अच्छी बातें बताई, बहुत अच्छी कन्वर्सेशन रही, अपनी अपनी ऑर्गेनाइजेशन बताई। सो वी विल कंटिन्यू इन फ्यूचर टू ऑन दिस मैटर अबाउट योर ऑर्गेनाइजेशन। सो मदर डे के ऊपर आप सबको बहुत बहुत बधाई। आपकी रोजी अम्मी, आपकी माता जी की लंबी उम्र हो, भगवान उनको आमीन आमीन जी। और हिना जी, आपको भी एज ए मदर बहुत बहुत मुबारक। थैंक यू सो मच जी प्रीत, वेरी वेरी अप्रिशिएट, थैंक यू सो मच। तो सब दर्शकों को भी बहुत बहुत मदर डे की बधाई हो, और हर दिन को मदर डे सोच के मनाएं, और हमारी जो मदर है, हम मदर हैं, हमारी मदर है, हमारी बच्चियां जो हैं वो भी मदर बनेंगी, बहनें भी हैं, तो सबको सम्मान करें, बेटियों का सम्मान करें। बेटी माँ भी है, बेटी बीवी भी है, बेटी बहन भी है। सो औरत के कई रूप है। सो औरत का सम्मान एक ही दिन नहीं, हर दिन होना चाहिए, हर पल होना हर चाहिए। दिन होना चाहिए, तो बिल्कुल बिल्कुल। इसके साथ हम अपना ये समाप्त करते हैं। थैंक यू सो मच फॉर मदर्स डे